ਕਿਹੜੇ ਬਿਮਾਰੀਆਂ ਦਾ ਇਲਾਜ ਜਿਹੜਾ ਤੁਹਾਡਾ ਸੈਂਟਰ ਦੇ ਵਿੱਚ ਕੀਤਾ ਜਾਂਦਾ ਹੈ? ਕਾਮਨ ਬਿਮਾਰੀਆਂ ਤਾਂ ਸਾਰੇ ਹੀ ਠੀਕ ਕਰਦੇ ਨੇ, ਸਾਰੇ ਹੀ ਕਹਿੰਦੇ ਕਿ ਇਹ ਦਵਾਈਆਂ ਨਾਲ ਠੀਕ ਹੋ ਜਾਂਦੀ ਹੈ। ਪਰ ਮੈਂ ਇਹ ਦੱਸਣਾ ਚਾਹੂੰਗਾ ਨਿਰੋਗ ਕਾਇਆ ਸੈਂਟਰ ਵਿੱਚ ਆਯੁਰਵੈਦਿਕ ਐਂਡ ਹਰਬਲ ਟ੍ਰੀਟਮੈਂਟ ਨਾਲ ਉਹ ਬਿਮਾਰੀਆਂ ਜਿਸ ਤਰ੍ਹਾਂ ਥਾਇਰਾਇਡ ਹੈ, ਕੈਂਸਰ ਹੈ, ਸੰਗ੍ਰਹਿਣੀ ਹੈ, पेट के रोग है, सोराइसिस है, लीवर के रोग है, रसौली है, बांझपन है, अल्सर है, माइग्रेन है, इस तरह दी अनेक बीमारियां जिहड़ियां लाइलाज है, जिहड़ियां लोग क्रॉनिक डिजीज़ कहते हैं, जिहड़ियां गंभीर बीमारियां वो ठीक हो जाती। ਤੇ ਜੇ ਸਕਸੈਸ ਰੇਟ ਦੇਖੀ ਤੁਹਾਡੇ ਨਿਰੋਗ ਕਾਇਆ ਸੈਂਟਰ ਦੇ ਜਿੱਥੋਂ ਤੱਕ ਸਕਸੈਸ ਰੇਟ ਦੀ ਗੱਲ ਹੈ ਤਕਰੀਬਨ 90 ਤੋਂ ਲੈ ਕੇ 95% ਜਿਹੜੇ ਸਾਡੇ ਪੇਸ਼ੈਂਟਸ ਨੇ ਉਹ ਠੀਕ ਹੁੰਦੇ ਆ। ਜਿਹੜੇ ਨਹੀਂ ਠੀਕ ਹੁੰਦੇ ਉਹਦਾ ਕਾਰਨ ਹੈ ਕਿ ਪੇਸ਼ੈਂਟ ਰੈਗੂਲਰ ਮੈਡੀਸਨ ਨਹੀਂ ਲੈਂਦਾ, ਪਰਹੇਜ਼ ਨਹੀਂ ਕਰਦਾ, ਠੀਕ ਢੰਗ ਨਾਲ ਦਵਾਈ ਨਹੀਂ ਲੈਂਦਾ। ਹੋਰ ਬਹੁਤ ਚੀਜ਼ਾਂ ਨੇ, ਇੱਕ ਬਾਂਝਪਨ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ, मतलब बहुत ਵੱਡੇ ਪੱਧਰ ਤੇ ਲੋਕ ਪ੍ਰਭਾਵਿਤ ਨੇ ਤੇ ਇਲਾਜ ਵੀ ਬਹੁਤ ਮਹਿੰਗੇ ਨੇ ਇਹਦੇ। ਔਰ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈਗੀ ਆ। ਉਹਦੇ ਵਿੱਚ ਸਾਡੇ ਕੋਲ ਬਹੁਤ ਅੱਛਾ ਇਲਾਜ ਹੈ ਔਰ ਜਿਹੜਾ ਅੰਡਾ ਬਣ ਜਾਂਦਾ ਹੈ ਟਾਈਮ ਤੋਂ ਪਹਿਲਾਂ ਅੰਡਾ ਖਰਾਬ ਹੋ ਜਾਂਦਾ ਹੈ, ਫੁੱਟ ਜਾਂਦਾ ਹੈ ਔਰ ਮੇਲ ਦੇ ਵਿੱਚ ਜਿਹੜੇ ਸੀਮਨ ਸਪਰਮ ਘੱਟ ਨੇ, ਕਾਊਂਟ ਘੱਟ ਨੇ, ਕੁਆਲਿਟੀ ਉਹਦੀ ਬੈਟਰ ਨਹੀਂ ਹੈਗੀ ਜਾਂ ਟਾਈਮਿੰਗ ਦੀ ਪ੍ਰੋਬਲਮ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਹੈ ਸੈਕਸੁਅਲ ਪ੍ਰੋਬਲਮ ਨੇ ਉਹ ਸਾਡੇ ਸੈਂਟਰ ਵਿੱਚ ਨਿਰੋਗ ਕਿਸੇ ਨੂੰ ਖਾਂਸੀ ਬਲਗਮ ਹੁੰਦੀ ਹੈ, ਰੇਸ਼ਾ ਹੁੰਦਾ ਹੈ। ਦੂਸਰੀ ਪੈਥੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਮੈਡੀਸਨ ਦੇ ਕੇ ਉਹ ਰੇਸ਼ੇ ਨੂੰ ਅੰਦਰੇ ਸਾੜਿਆ ਜਾਂਦਾ ਹੈ। ਸਾਡੀ ਪੈਥੀ ਉਸ ਨੂੰ ਅੰਦਰੋਂ ਬਾਹਰ ਕੱਢਦੀ ਹੈ, ਸਫਾਈ ਕਰਦੀ ਹੈ। ਤੁਸੀਂ ਨੈੱਟ ਜਾਂ ਗ੍ਰੰਥ 'ਚ ਪੜ੍ਹ ਕੇ ਨੁਸਖਾ ਦੇਖ ਲੈਂਦੇ ਹੋ, ਬਣਾ ਲੈਂਦੇ ਹੋ ਜਾਂ ਤੁਰਿਆ ਜਾਂਦਾ ਕੋਈ ਤੁਹਾਨੂੰ ਦੱਸ ਦਿੰਦਾ ਉਹਦਾ ਜਿਹਨੂੰ ਨਹੀਂ ਗਿਆਨ, ਜਿਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ, ਤੁਸੀਂ ਉਹਨੂੰ ਵਰਤ ਲੈਂਦੇ ਹੋ, ਉਹਦੀ ਭਰਪਾਈ ਕਰਨੀ ਮੁਸ਼ਕਲ ਹੈ ਔਰ ਐਸੇ ਕਈ ਵਾਰੀ ਨੁਕਸਾਨ ਹੋ ਜਾਂਦੇ, ਉਹਦਾ ਫਿਰ ਹੱਲ ਨਹੀਂ ਹੁੰਦਾ। ਥਾਇਰਾਇਡ ਦੀ ਬਹੁਤ ਜ਼ਿਆਦਾ ਸਮੱਸਿਆ ਖਾਸ ਤੌਰ ਤੇ ਹੁੰਦੀ ਹੈ ਤਾਂ ਉਹਦੇ ਬਾਰੇ ਵੀ ਡਾਕਟਰ ਸਾਹਿਬ ਤੋਂ ਜਿਹੜਾ ਜਾਣ ਲੈਂਦੇ ਹਾਂ। ਇਹ ਦੋ ਤਰ੍ਹਾਂ ਦਾ ਹੁੰਦਾ ਹੈ ਥਾਇਰਾਇਡ, ਹਾਈਪੋ ਔਰ ਹਾਈਪਰ। ਥਾਇਰਾਇਡ ਦੇ ਵਿੱਚ ਕੀ ਹੈ, ਇੱਕ ਦੇ ਵਿੱਚ ਵਜ਼ਨ ਵੱਧਦਾ, ਇੱਕ 'ਚ ਘਟਦਾ। ਇਹਦੇ ਵਿੱਚ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ, ਪੇਸ਼ੈਂਟ ਦੀ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਜਿਹਦੇ ਨਾਲ ਥਕਾਵਟ, ਕਮਜ਼ੋਰੀ, ਸੁਸਤੀ ਔਰ ਕਈ ਵਾਰੀ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਮੇਰਾ ਜਿਹੜਾ ਜੀਣ ਦਾ ਮਕਸਦ ਹੀ ਕੋਈ ਨਹੀਂ, ਸਾਰੀ ਉਮਰ ਮੈਨੂੰ ਗੋਲੀ ਖਾਣੀ ਪਊਗੀ। ਦਿਨੋਂ ਦਿਨ ਥਾਇਰਾਇਡ ਦਾ ਜਿਹੜਾ ਪੇਸ਼ੈਂਟ ਹੈ ਉਹ ਕਮਜ਼ੋਰ ਹੁੰਦਾ ਜਾਂਦਾ, ਹੋਰ ਕਈ ਬਿਮਾਰੀਆਂ ਲੱਗਦੀਆਂ ਜਾਂਦੀਆਂ। ਇੱਥੇ ਮੈਂ ਥਾਇਰਾਇਡ ਦੇ ਪੇਸ਼ੈਂਟ ਨੂੰ ਕਹੂੰਗਾ ਕਿ ਨਿਰਾਸ਼ ਨਾ ਹੋਵੋ, ਬਿਲਕੁਲ ਕੋਈ ਚਿੰਤਾ ਵਾਲੀ ਗੱਲ ਨਹੀਂ। ਜਿਹੜੀਆਂ ਆਯੁਰਵੈਦਿਕ ਹਰਬਸ ਨੇ, ਭਸਮਾਂ ਨੇ, ਮੈਡੀਸਨਸ ਨੇ, ਉਹਨਾਂ ਦੇ ਵਿੱਚ ਇੰਨੀ ਕੁ ਤਾਕਤ ਹੈ, ਇੰਨੀ ਕੁ क्षमता ਉਹਦੇ ਵਿੱਚ ਕਿ ਉਹ ਇਹ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੈ। ਨਿਰੋਗ ਕਾਇਆ ਸੈਂਟਰ ਵਿੱਚ ਥਾਇਰਾਇਡ ਦਾ ਜਿਹੜਾ ਇਲਾਜ ਹੈ ਬਹੁਤ ਅੱਛਾ ਇਲਾਜ ਹੈ। ਲਿਵਰ ਨਾਲ ਜੁੜੇ ਰੋਗ ਬਹੁਤ ਨੇ। ਫੈਟੀ ਲਿਵਰ ਇੱਕ ਤਾਂ ਆਮ ਪ੍ਰਚਲਿਤ ਹੋ ਗਿਆ ਕਿ ਲਿਵਰ ਫੈਟੀ ਹੋ, ਇਹ ਵੀ ਖਾਣ ਪਾਣ ਦੇ ਜਿਹੜੇ ਡਿਸਆਰਡਰ ਨੇ ਉਹਦੇ ਕਰਕੇ ਹੁੰਦਾ। ਲਿਵਰ ਨਾਲ ਜੁੜੇ ਰੋਗਾਂ ਬਾਰੇ ਵੀ ਜ਼ਰੂਰ ਦੱਸੋ ਕਿਉਂਕਿ ਇਹ ਜਦੋਂ ਅੱਗੇ ਦੀ ਅੱਗੇ ਵੱਧਦੇ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਡੈਮੇਜ ਕਰਦੇ ਨੇ ਲਿਵਰ। ਦੇਖੋ ਜਿਹੜਾ ਸਿਰੋਸਿਸ ਹੈ, ਲੀਵਰ ਸੁੰਗੜ ਜਾਣਾ ਜਿਹਨੂੰ ਕਹਿੰਦੇ ਹੈ, ਫੈਟੀ ਲਿਵਰ ਹੈ, ਪੀਲੀਆ ਹੈ, ਮੈਦਾ, ਜਿਗਰ ਦੀਆਂ ਬਿਮਾਰੀਆਂ, ਇਹ ਵਾਕਈ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਰਦੀਆਂ ਕਿਉਂਕਿ ਲਿਵਰ ਨੇ ਹੀ ਸਾਰਾ ਕੁਝ ਬਣਾਉਣਾ ਹੈ, ਰਸ ਬਣਨਾ ਹੈ, ਰਕਤ, ਮਾਸ, ਮज्जा ਸਭ ਇਹਦੇ ਨਾਲ ਬਣਨਾ ਹੈ। ਔਰ ਜੇ ਇਹ ਲੀਵਰ ਖਰਾਬ ਹੋ ਜਾਂਦਾ ਹੈ ਤੇ ਸਮਝ ਲਓ ਜੀਵਨ ਜਿਹੜਾ ਉਹ ਬਿਲਕੁਲ ਖਤਮ ਵਾਲੀ ਗੱਲ ਹੋ ਜਾਂਦੀ ਹੈ। ਤੁਸੀਂ ਐਲੋਵੀਰਾ ਦੀ ਗੱਲ ਕੀਤੀ ਹੈ, ਐਲੋਵੀਰਾ ਆਉਂਦੇ ਆ ਜੀ ਪੜ੍ਹ ਕੇ, ਅਸੀਂ ਐਲੋਵੀਰਾ ਯੂਜ਼ ਕੀਤਾ ਸੀ, ਕੀ ਹੋ ਗਿਆ? ਪਾਇਲਸ ਹੋ ਗਈ ਜੀ। ਕਿਉਂਕਿ ਐਲੋਵੀਰਾ ਜਿਹੜਾ ਹੈ ਕੁਆਰ ਹੈ, ਨਿਰੀ ਅੱਗ ਹੈ, ਗਰਮ ਹੈ, ਉਹਨੇ ਕਰਨਾ ਹੀ, ਉਹਨੂੰ ਕਿਸ ਚੀਜ਼ ਨਾਲ ਵਰਤਣਾ ਹੈ ਉਹਦੇ ਨਾਲ ਸਮਝ ਦੀ ਲੋੜ ਹੈ। ਸਾਡੇ ਕੋਲ ਬਹੁਤ ਦੂਰੋਂ ਪੇਸ਼ੈਂਟ ਆਉਂਦੇ ਨੇ, ਨਿਰੋਗ ਕਾਇਆ ਸੈਂਟਰ ਵਿੱਚ ਆ ਕੇ ਦੱਸਦੇ ਨੇ ਕਿ ਸਾਡੇ ਕੋਲ ਜਿਹੜਾ ਸਾਡੇ ਕੋਈ ਪਿੰਡ ਦਾ ਪੇਸ਼ੈਂਟ ਠੀਕ ਹੋਇਆ ਜੀ ਜਾਂ ਸਾਡੇ ਰਿਸ਼ਤੇਦਾਰ ਠੀਕ ਹੋਇਆ ਸੀ, ਅਸੀਂ ਇਸ ਕਰਕੇ ਆਏ ਹਾਂ। ਇੱਥੋਂ ਪਤਾ ਲੱਗਦਾ ਕਿ ਸਾਡਾ ਜਿਹੜਾ ਸਕਸੈਸਫੁਲ ਰੇਟ ਹੈ ਉਹ ਬਹੁਤ ਅੱਛਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਗਗਨ ਬੇਦੀ। ਆਮ ਤੌਰ ਤੇ ਕਈ ਤਰ੍ਹਾਂ ਦੇ ਮਹਿਮਾਨ ਤੁਹਾਡੇ ਰੂਬਰੂ ਕਰਵਾਈਦੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਆਯੁਰਵੈਦਿਕ ਦੇ ਮਾਹਰ ਕਿਉਂਕਿ ਇਸ ਸਮੇਂ ਜੋ ਕਿ ਲੋਕਾਂ ਦੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਬਣ ਗਈ ਹੈ, ਬਿਮਾਰੀਆਂ ਬਹੁਤ ਜ਼ਿਆਦਾ ਇਨਸਾਨ ਨੂੰ ਘੇਰ ਰਹੀਆਂ ਨੇ, ਖਾਸ ਤੌਰ ਤੇ ਕ੍ਰੋਨਿਕ ਡਿਜ਼ੀਜ਼ਸ ਲਗਾਤਾਰ ਵੱਧ ਰਹੀਆਂ ਨੇ, ਕੈਂਸਰ ਬਹੁਤ ਜ਼ਿਆਦਾ ਮਰੀਜ਼ ਵੱਧ ਰਹੇ ਨੇ ਤੇ ਆਯੁਰਵੈਦਿਕ ਦੇ ਵਿੱਚ ਜੋ ਦਾਵਾ ਹੁੰਦਾ ਹਰ ਚੀਜ਼ ਦਾ ਇਲਾਜ ਦਾ ਦਾਵਾ ਕੀਤਾ ਜਾਂਦਾ, ਬਹੁਤ ਘੱਟ ਮੁੱਲ ਦੇ ਉੱਤੇ ਜਿਹੜਾ ਇਲਾਜ ਹੋ ਜਾਂਦਾ ਹੈ ਔਰ ਸਾਈਡ ਇਫੈਕਟ ਵੀ ਨਹੀਂ ਹੁੰਦੇ ਆਯੁਰਵੈਦ ਦੇ। ਤੇ ਵੱਡੀ ਗੱਲ ਇਹ ਹੈ ਕਿ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਰਹਿਣਗੇ ਨਿਰੋਗ ਕਾਇਆ ਹੈਲਥ ਐਂਡ ਹੈਪੀਨੈਸ ਸੈਂਟਰ ਤੋਂ ਡਾਕਟਰ ਕੋਛੜ ਮੌਜੂਦ ਨੇ। ਡਾਕਟਰ ਸਾਹਿਬ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਮੈਨੂੰ ਇਹ ਦੱਸ ਦਿਓ, ਤੁਹਾਨੂੰ ਵੈਦ ਕਹੀਏ, ਡਾਕਟਰ ਸਾਹਿਬ ਕਹੀਏ, ਗੁਰੂ ਵੀ ਕਹਿ ਦਿੰਦੇ ਨੇ ਤੁਹਾਨੂੰ? ਦੇਖੋ ਜਿੱਥੋਂ ਤੱਕ ਗੱਲ ਹੈ ਆਯੁਰਵੈਦਿਕ ਦੀ ਤੇ ਉੱਥੇ ਮੈਂ ਸਮਝੂਗਾ ਮੈਨੂੰ ਤੇ ਫਖਰ ਹੋਊਗਾ, ਤੁਸੀਂ ਜੇ ਵੈਦ ਕਹੋ ਤਾਂ ਵੀ ਕੋਈ ਗੱਲ ਨਹੀਂ, ਡਾਕਟਰ ਕਹੋ ਤਾਂ ਵੀ ਕੋਈ ਗੱਲ ਨਹੀਂ, ਪਰ ਮੈਨੂੰ ਅੱਛਾ ਲੱਗੂਗਾ ਕਿ ਆਯੁਰਵੈਦਿਕ ਨਾਲ ਲੋਕਾਂ ਦਾ ਜਿਹੜਾ ਜਦੋਂ ਆਯੁਰਵੈਦਿਕ ਦੀ ਗੱਲ ਕਰਦੇ ਆ, ਹਰਬਸ ਦੀ ਗੱਲ ਕਰਦੇ ਆ ਤੇ ਵੈਦ ਕਹਿਣਾ ਉਹ ਮੈਨੂੰ ਅੱਛਾ ਲੱਗੂਗਾ। ਡਾਕਟਰ ਸਾਹਿਬ
ਥੋੜਾ ਜਿਹਾ ਆਪਾਂ ਗੱਲਬਾਤ ਕਰਾਂਗੇ। ਲੋਕ ਬਹੁਤੇ ਤਾਂ ਤੁਹਾਨੂੰ ਜਾਣਦੇ ਹੀ ਹੋਣੇ ਨੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਤੁਸੀਂ ਆਯੁਰਵੈਦ ਨਾਲ ਜੁੜੇ ਹੋਏ ਹੋ। ਮੈਨੂੰ ਲੱਗਦਾ ਚੌਥੀ ਪੀੜ੍ਹੀ ਹੈ ਤੁਹਾਡੀ। ਥੋੜਾ ਜਿਹਾ ਦੱਸੋ ਤੁਹਾਡੇ ਥੋੜਾ ਪੁਰਾਣਾ ਕਿ ਕਦੋਂ ਤੋਂ ਸ਼ੁਰੂਆਤ ਹੋਈ ਸੀ ਔਰ ਕਿੰਨਾ ਸਮਾਂ ਹੋ ਗਿਆ। ਦੇਖੋ, ਜਿੱਥੋਂ ਤੱਕ ਗੱਲ ਹੈ ਮੇਰੀ ਆਪਣੀ, ਮੇਰਾ ਜਿਹੜਾ ਆਯੁਰਵੈਦਿਕ ਹਰਬਸ ਨਾਲ ਜਿਹੜਾ ਲਗਾਓ ਹੈ, ਪ੍ਰੇਮ ਹੈ, ਉਹ ਤਕਰੀਬਨ 45 ਸਾਲ ਪੁਰਾਣਾ ਹੈ। ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੋ ਰਹੀ ਹੈ ਔਰ ਫਖਰ ਵੀ ਹੋ ਰਿਹਾ ਕਿ ਸਾਡੀ ਜਿਹੜੀ ਪਰਿਵਾਰ ਦੀ 4th ਜਨਰੇਸ਼ਨ ਹੈ ਉਹ ਨਰੋਗ ਕਾਇਆ ਸੈਂਟਰ ਵਿੱਚ ਆਯੁਰਵੈਦਿਕ ਹਰਬਸ ਨਾਲ ਲਾ ਇਲਾਜ ਬਿਮਾਰੀਆਂ ਦਾ ਅੱਧੀ ਸਦੀ ਦੇ ਕਰੀਬ ਹੋ ਗਿਆ। ਯੈਸ, ਲਾ ਇਲਾਜ ਬਿਮਾਰੀਆਂ ਨੂੰ ਠੀਕ ਕਰਕੇ ਸੇਵਾ ਕਰ ਰਹੀ ਹੈ। ਡਾਕਟਰ ਸਾਹਿਬ, ਆਯੁਰਵੈਦਿਕ ਦੇ ਵਿੱਚ ਵੀ ਬਹੁਤ ਤੁਸੀਂ ਦਾਅਵੇ ਕਰਦੇ ਹੋ। ਚਲੋ ਤੁਸੀਂ ਨਹੀਂ ਕਰਦੇ, ਆਯੁਰਵੈਦ ਹੀ ਕਰਦਾ, ਤਾਂ ਲੋਕ ਵੀ ਕਹਿੰਦੇ ਨੇ ਔਰ ਠੀਕ ਵੀ ਹੋਏ ਨੇ। ਔਰ ਪਲੱਸ ਮਾਈਨਸ ਤਾਂ ਹਰ ਕਿਤੇ ਹੁੰਦਾ, ਕਈਆਂ ਨੂੰ ਨਹੀਂ ਵੀ ਫਾਇਦਾ ਹੁੰਦਾ। ਕੈਂਸਰ ਦਾ ਇਲਾਜ ਹੋ ਜਾਂਦਾ, ਅਲਸਰ ਦਾ ਹੋ ਜਾਂਦਾ, ਹੋਰ ਵੀ ਈਵਨ ਕਿ ਕਈਆਂ ਦੇ ਵੱਲੋਂ ਤਾਂ ਏਡਸ ਤੱਕ ਦੇ ਇਲਾਜ ਦੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਉਹਨੂੰ ਵੀ ਠੀਕ ਕਰ ਦਿੰਦੇ ਹਾਂ। ਹਾਲਾਂਕਿ ਜਿਹੜੀ ਮੈਡੀਕਲ ਸਾਇੰਸ ਉਹਦੇ ਉੱਤੇ ਅਕਸਰ ਜਿਹੜੇ ਸਵਾਲ ਬਹੁਤ ਤਰ੍ਹਾਂ ਦੇ ਚੁੱਕੇ ਜਾਂਦੇ ਨੇ। ਇੱਕ ਸਭ ਤੋਂ ਪਹਿਲਾਂ ਤਾਂ ਬੇਸਿਕ ਦੇ ਵਿੱਚ ਜਾਣਨਾ ਚਾਹਾਂਗੇ ਕਿ ਆਯੁਰਵੈਦਿਕ ਦੇ ਵਿੱਚ ਸੰਭਵ ਹੈ ਇਹਨਾਂ ਚੀਜ਼ਾਂ ਦਾ ਇਲਾਜ, ਜੇ ਪੂਰਾ ਮਰੀਜ਼ ਵੀ ਪੂਰਾ ਸਾਥ ਦੇਵੇ, ਵੈਦ ਦਾ ਕਹਿ ਲਓ, ਡਾਕਟਰ ਦਾ ਕਹਿ ਲਓ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੰਭਵ ਨਹੀਂ, ਮੈਂ ਪੂਰੇ ਭਰੋਸੇ ਨਾਲ ਔਰ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਹੜੀਆਂ ਲਾ ਇਲਾਜ ਬਿਮਾਰੀਆਂ, ਜਿਹੜੇ ਮਰੀਜ਼ ਪਰੇਸ਼ਾਨ ਹੋ ਚੁੱਕੇ ਹੈ, ਜਿਹੜੇ ਮਰੀਜ਼ ਦੇ ਮਨ 'ਚ ਇਹ ਗੱਲ ਬੈਠ ਚੁੱਕੀ ਹੈ, ਧਾਰਨਾ ਕਰ ਚੁੱਕੇ ਹੈ ਔਰ ਇੰਨੇ ਕੁ ਪਰੇਸ਼ਾਨ ਹੈ ਕਿ ਸਾਡਾ ਜੀਵਨ ਹੁਣ ਜਿਹੜਾ ਉਹ ਜੀਣ ਦੇ ਕਾਬਿਲ ਨਹੀਂ, ਜਾਂ ਅਸੀਂ ਠੀਕ ਨਹੀਂ ਹੋ ਸਕਦੇ, ਜਾਂ ਹੁਣ ਸਾਡਾ ਇਲਾਜ ਹੀ ਨਹੀਂ ਹੈ, ਉੱਥੇ ਮੈਂ ਨਿਰੋਗ ਕਾਇਆ ਸੈਂਟਰ ਵੱਲੋਂ ਇਹ ਤੁਹਾਨੂੰ ਭਰੋਸਾ ਤੇ ਵਿਸ਼ਵਾਸ ਦਿਵਾਉਣਾ ਹੈ ਕਿ ਆਯੁਰਵੈਦਿਕ ਹਰਬਸ ਜਿਹੜੀਆਂ ਹੈ ਉਹਦੇ ਵਿੱਚ 100% ਇਹ ਬਿਮਾਰੀਆਂ ਜਿਹੜੀਆਂ ਠੀਕ ਹੋ ਸਕਦੀਆਂ ਔਰ ਪੂਰਨ ਰੂਪ 'ਚ ਠੀਕ ਹੋ ਸਕਦੀਆਂ। ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਆਯੁਰਵੈਦਿਕ ਜਿਹੜੇ ਗ੍ਰੰਥ ਹੈ ਉਹਨਾਂ ਦੇ ਮੈਂ ਆਧਾਰ ਤੇ, ਉਹਨਾਂ ਦੇ ਬਿਹਾਫ ਤੇ ਤੁਹਾਨੂੰ ਮੈਂ ਕਹਿ ਰਿਹਾ। ਅੱਛਾ ਡਾਕਟਰ ਸਾਹਿਬ, ਜੇ ਆਪਾਂ ਥੋੜਾ ਜਿਹਾ ਸੰਖੇਪ ਦੇ ਵਿੱਚ ਫਿਰ ਆਪਾਂ ਵਿਸਥਾਰ ਦੇ ਵਿੱਚ ਵੀ ਗੱਲ ਕਰਾਂਗੇ ਕਿਹੜੇ ਬਿਮਾਰੀਆਂ ਦਾ ਇਲਾਜ ਜਿਹੜਾ ਤੁਹਾਡਾ ਸੈਂਟਰ ਦੇ ਵਿੱਚ ਕੀਤਾ ਜਾਂਦਾ, ਨਿਰੋਗ ਕਾਇਆ ਹੈਲਥ ਐਂਡ ਹੈਪੀਨੈਸ ਸੈਂਟਰ। ਦੇਖੋ, ਜਿੱਥੋਂ ਤੱਕ ਬਿਮਾਰੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਕਾਮਨ ਬਿਮਾਰੀਆਂ ਤਾਂ ਸਾਰੇ ਹੀ ਠੀਕ ਕਰਦੇ ਨੇ, ਸਾਰੇ ਹੀ ਕਹਿੰਦੇ ਕਿ ਇਹ ਦਵਾਈਆਂ ਨਾਲ ਠੀਕ ਹੋ ਜਾਂਦੀ ਹੈ। ਪਰ ਮੈਂ ਇਹ ਦੱਸਣਾ ਚਾਹੂੰਗਾ, ਨਿਰੋਗ ਕਾਇਆ ਸੈਂਟਰ ਵਿੱਚ ਆਯੁਰਵੈਦਿਕ ਐਂਡ ਹਰਬਲ ਟ੍ਰੀਟਮੈਂਟ ਨਾਲ ਉਹ ਬਿਮਾਰੀਆਂ ਜਿਸ ਤਰ੍ਹਾਂ ਥਾਇਰਾਇਡ ਹੈ, ਕੈਂਸਰ ਹੈ, ਸੰਗ੍ਰਹਿਣੀ ਹੈ, ਪੇਟ ਦੇ ਰੋਗ ਹੈ, ਸੋਰਾਇਸਿਸ ਹੈ, ਲਿਵਰ ਦੇ ਰੋਗ ਹੈ, ਰਸੌਲੀ ਹੈ, ਬਾਂਝਪਨ ਹੈ, ਅਲਸਰ ਹੈ, ਮਾਈਗ੍ਰੇਨ ਹੈ, ਇਸ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ ਜਿਹੜੀਆਂ ਲਾ ਇਲਾਜ ਹੈ, ਜਿਹੜੀਆਂ ਲੋਕ ਕ੍ਰੋਨਿਕ ਡਿਜ਼ੀਜ਼ ਕਹਿੰਦੇ ਨੇ, ਜਿਹੜੀਆਂ ਗੰਭੀਰ ਬਿਮਾਰੀਆਂ ਉਹ ਠੀਕ ਹੋ ਜਾਂਦੀਆਂ। ਤੇ ਸਭ ਤੋਂ ਵੱਧ ਪੇਸ਼ੈਂਟ ਦੀ ਗੱਲ ਕੀਤੀ ਜਾਵੇ, ਕੈਂਸਰ ਕਿਉਂਕਿ ਮਾਲਵਾ ਬੈਲਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਧਿਆ, ਤਾਂ ਵੈਸੇ ਵੀ ਕਿਉਂਕਿ ਹੁਣ ਜਿਹੜੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੋ ਗਈ ਹੈ, ਪਾਣੀ ਦਾ ਜਿਹੜਾ ਲੈਵਲ ਆ ਬਹੁਤ ਜ਼ਿਆਦਾ ਗਿਰਿਆ, ਜਾਂ ਕਹਿ ਲਓ ਕਿ ਪਾਣੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤੱਤ ਆ ਗਏ ਨੇ, ਤਾਂ ਉਹਦੇ ਕਰਕੇ ਕੈਂਸਰ ਬਹੁਤ ਜ਼ਿਆਦਾ ਵਧਿਆ। ਤਾਂ ਕੈਂਸਰ ਦਾ ਵੀ ਮੈਨੂੰ ਲੱਗਦਾ ਕਿ ਬਹੁਤ ਤੁਹਾਡਾ ਉੱਥੇ ਇਲਾਜ ਹੈ ਜਿਹੜਾ ਲੋਕਾਂ ਨੇ ਉਹਨੂੰ ਵੀ ਬਹੁਤ ਜ਼ਿਆਦਾ ਨੋਟੀਫਾਈ ਕੀਤਾ ਅਤੇ ਲੋਕ ਉਹਦੇ ਉੱਤੇ ਵਿਸ਼ਵਾਸ ਵੀ ਕਰਦੇ ਆ। ਦੇਖੋ, ਜਦੋਂ ਕੈਂਸਰ ਦਾ ਨਾਂ ਲੈਂਦੇ ਹਾਂ ਤੇ ਸੁਣਨ ਵਾਲਾ ਔਰ ਜਿਹੜਾ ਪੇਸ਼ੈਂਟ ਹੈ ਉਹ ਬੜਾ ਹੀ ਇੱਕ ਕਿਸਮ ਦਾ ਨਿਰਾਸ਼ ਤੇ ਘਬਰਾਹਟ 'ਚ ਹੋ ਜਾਂਦਾ ਹੈ। ਇਸ ਨਾਮ ਤੋਂ ਹੀ ਲੋਕ ਜਿਹੜੇ ਆ ਉਹ ਘਬਰਾ ਜਾਂਦੇ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਹਾਡੇ ਮਾਧਿਅਮ ਕਿ ਉਹ ਬਿਲਕੁਲ ਨਾ ਘਬਰਾਉਣ। ਜਿਹੜਾ ਕੈਂਸਰ ਹੈ, ਜਿਹੜੇ ਸਾਡੇ ਸੈਲਜ਼ ਨੇ, ਜਦੋਂ ਉਹ ਅਬਨੋਰਮਲ ਤਰੀਕੇ ਨਾਲ ਜਿਹੜਾ ਉਹਨਾਂ ਦਾ ਪ੍ਰੋਸੈਸ ਜਿਹੜਾ ਉਹ ਠੀਕ ਨਹੀਂ ਰਹਿੰਦਾ, ਜਾਂ ਉਹਨਾਂ ਦੇ ਸੈਲਜ਼ ਜਿਹੜੇ ਆ ਉਹ ਅਬਨੋਰਮਲ ਜਦੋਂ ਹੋ ਜਾਂਦੇ ਆ, ਉਹ ਵਧਣੇ ਸ਼ੁਰੂ ਹੋ ਜਾਂਦੇ ਆ, ਉਸ ਤਰ੍ਹਾਂ ਦਾ ਫਿਰ ਕੈਂਸਰ ਹੋ ਜਾਂਦਾ ਹੈ। ਔਰ ਕੈਂਸਰ ਕਈ ਤਰ੍ਹਾਂ ਦਾ, ਕੈਂਸਰ ਇੱਕ ਤਰ੍ਹਾਂ ਦਾ ਨਹੀਂ ਹੈ, ਉਹਦੀਆਂ ਕਈ ਸਟੇਜਿਸ ਨੇ ਔਰ ਇਹਦਾ ਇਲਾਜ ਹੈ। ਕੋਈ ਐਸੀ ਗੱਲ ਨਹੀਂ ਹੈ ਕਿ ਮਰੀਜ਼ ਨੂੰ ਘਬਰਾਉਣ ਦੀ ਲੋੜ ਹੈ। ਔਰ ਜਿਹੜਾ ਕੈਂਸਰ ਦਾ ਪੇਸ਼ੈਂਟ ਹੈ, ਇਹ ਜਿਹੜਾ ਉਹ ਨਿਰਾਸ਼ ਵੀ ਹੋ ਜਾਂਦਾ, ਮਾਨਸਿਕ ਤੌਰ ਤੇ ਵੀ, ਸਰੀਰਕ ਤੌਰ ਤੇ ਵੀ। ਉਹ ਜੇ ਗੱਲ ਮੈਂ ਕਹਿ ਦੇਵਾਂ ਕਿ ਆਰਥਿਕ ਤੌਰ ਤੇ ਵੀ ਉਹ ਇੰਨਾ ਕਮਜ਼ੋਰ ਹੋ ਜਾਂਦਾ, ਬੜਾ ਮਹਿੰਗਾ ਇਲਾਜ ਹੈ। ਜੀ ਜੀ। ਅੱਛਾ ਡਾਕਟਰ ਸਾਹਿਬ, ਜਿਹੜਾ ਕੈਂਸਰ ਦੀ ਖਾਸ ਤੌਰ ਤੇ ਅਸੀਂ ਗੱਲ ਕਰੀਏ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਘਬਰਾਹਟ ਹੋ ਜਾਂਦੀ ਹੈ, ਤਾਂ ਬਿਲਕੁਲ ਸੁਭਾਵਿਕ ਜੀ ਗੱਲ ਹੈ ਕਿ ਕਿਸ ਕਦਰ, ਕਿਉਂਕਿ ਇਲਾਜ ਵੀ ਬਹੁਤ ਮਹਿੰਗੇ ਨੇ। ਇਹਦੀਆਂ ਸਟੇਜਾਂ ਦੇ ਹਿਸਾਬ ਨਾਲ ਤੁਹਾਡੇ ਹੁੰਦਾ ਕਿ ਜਿਹੜਾ ਮਰਜ਼ੀ ਸਟੇਜ ਦਾ ਕੋਈ ਵੀ ਹੋਵੇ? ਤੁਸੀਂ ਜਿਹੜਾ ਇਹ ਪ੍ਰਸ਼ਨ ਪੁੱਛਿਆ ਬਹੁਤ ਅੱਛਾ ਹੈ। ਬਟ ਦੇਖੋ, ਜਿਹੜਾ ਇਲਾਜ ਹੈ ਨਾ, ਸਾਰਿਆਂ ਨੂੰ ਇੱਕੋ ਦਵਾਈ ਨਹੀਂ ਦਿੱਤੀ ਜਾਂਦੀ, ਉਹਦੀ ਹਿਸਟਰੀ ਲਈ ਜਾਂਦੀ ਹੈ। ਸਭ ਕੁਝ ਦੇਖਣ ਤੋਂ ਬਾਅਦ ਕਿਹੜੀ ਸਟੇਜ ਹੈ ਉਹਦੇ ਮੁਤਾਬਕ ਜਿਹੜੀ ਹੈ ਅਸੀਂ ਡਾਇਗਨੋਸ ਤੋਂ ਬਾਅਦ ਉਹਨੂੰ ਮੈਡੀਸਨ ਦਿੰਦੇ ਹਾਂ। ਤੇ ਸਕਸੈਸਫੁਲ ਕੇਸਿਸ ਦੀ ਬਹੁਤ ਅੱਛਾ। ਔਰ ਜਿੱਥੋਂ ਦੀ ਸਕਸੈਸਫੁਲ ਦੀ ਗੱਲ ਹੈ, ਪਹਿਲੀ ਗੱਲ ਤਾਂ ਇਹ ਜਿਹੜਾ ਟ੍ਰੀਟਮੈਂਟ ਹੈ ਆਯੁਰਵੈਦਿਕ ਤੇ ਹਰਬਲ ਟ੍ਰੀਟਮੈਂਟ ਹੈ, ਇਹ ਨਾਲ ਜਦੋਂ ਪੇਸ਼ੈਂਟ ਠੀਕ ਹੋ ਜਾਂਦਾ, ਪਹਿਲੀ ਗੱਲ ਦੁਬਾਰਾ ਪ੍ਰੋਬਲਮ ਨਹੀਂ ਹੁੰਦੀ। ਔਰ ਉਸ ਤੋਂ ਬਾਅਦ ਜਿਹੜਾ ਸਰੀਰਕ ਤੇ ਮਾਨਸਿਕ ਰੋਗ ਉਹਨੂੰ ਨਾਲ ਪੈਦਾ ਹੋ ਜਾਂਦੇ ਆ, ਉਹ ਵੀ ਠੀਕ ਹੋ ਜਾਂਦੇ ਆ। ਔਰ ਇਹਦੇ ਨਾਲ ਐਲੋਪੈਥਿਕ ਦੇ ਨਾਲ ਜਾਂ ਤੁਸੀਂ ਕੋਈ ਵੀ ਹੋਰ ਮੈਡੀਸਨ ਨਾਲ ਲੈਂਦੇ ਹੋ, ਉਹਦੇ ਪੈਰਲਲ ਵੀ ਲੈ ਸਕਦੇ ਹੋ। ਔਰ ਵੱਡੀ ਗੱਲ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ।
ਮਤਲਬ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਜਿਵੇਂ ਆਮ ਤੌਰ ਤੇ ਬਹੁਤ ਪੇਸ਼ੈਂਟ ਵੀਕ ਨਹੀਂ ਹੁੰਦਾ, ਕਮਜ਼ੋਰ ਨਹੀਂ ਹੁੰਦਾ। ਉਸ ਟ੍ਰੀਟਮੈਂਟ ਦੇ ਵਿੱਚ ਪੇਸ਼ੈਂਟ ਕਾਫੀ ਕਮਜ਼ੋਰ ਵੀ ਹੋ ਜਾਂਦਾ ਹੈ, ਹੋਮੀਓਗਲੋਬਿਨ ਵੀ ਘਟ ਜਾਂਦਾ ਹੈ, ਹੋਰ ਵੀ ਕਈ ਬਿਮਾਰੀਆਂ ਨਾਲ ਲੱਗ ਜਾਂਦੀ ਹੈ, ਪਰ ਇਹਦੇ ਵਿੱਚ ਕੋਈ ਵੀ ਰਿਸਕ ਨਹੀਂ। ਹਾਂ, ਇਹਦੇ ਵਿੱਚ ਕੋਈ ਰਿਸਕ ਨਹੀਂ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਹੈਗਾ ਕਿ ਆਯੁਰਵੈਦ ਦਾ ਜਦੋਂ ਨਾਮ ਆਉਂਦਾ ਤਾਂ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਜੋ ਵੈਦ ਦੀ ਗੱਲ ਆਉਂਦੀ ਹੈ। ਵੈਦ ਜਦੋਂ ਕਹਿ ਦਿੰਦੇ ਨੇ ਤਾਂ ਅੱਜ ਕੱਲ੍ਹ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਕਿ ਮੈਂ ਔਨ ਕੈਮਰਾ ਜੇ ਬੋਲਾਂ ਸ਼ਾਇਦ ਤੁਹਾਨੂੰ ਵੀ ਬੁਰਾ ਲੱਗ ਜਾਵੇ, ਤਾਂ ਜਿਹੜੇ ਆਯੁਰਵੈਦ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਬੁਰਾ ਲੱਗਦੇ। ਤੁਹਾਨੂੰ ਲੱਗਦਾ ਕਿ ਕੁਛ ਕੁ ਲੋਕਾਂ ਕਰਕੇ ਜਿਹੜੀ ਐਡੀ, ਇੱਕ ਮੈਂ ਕਹਿੰਦਾ ਇਹਨੂੰ ਕਿ ਜਿਹੜੀ ਪੁਰਾਣੇ ਸਮੇਂ ਤੋਂ ਸਾਡਾ ਜਿਹੜਾ ਵੇਦਾਂ ਦੇ ਵਿੱਚ ਚੀਜ਼ ਸੀ, ਅੱਜ ਕੱਲ੍ਹ ਤਾਂ ਹੁਣ ਕਈ ਥਾਵਾਂ 'ਤੇ ਤਾਂ ਇੱਦਾਂ ਦੀਆਂ ਵੀ ਚੀਜ਼ਾਂ ਆਈਆਂ ਨੇ ਕਿ ਪੁਰਾਣੇ ਗ੍ਰੰਥ ਵੀ ਲੈ ਕੇ ਬੈਠੇ ਹੋਏ ਨੇ, ਔਰ ਉਹ ਜਦੋਂ ਉਹਨਾਂ ਦਾ ਚੀਜ਼ਾਂ ਨਿਕਲਦੀਆਂ ਨੇ ਤਾਂ ਉਹ ਸਟੀਰੋਇਡਸ ਪਾ ਕੇ ਦੇਈ ਜਾਂਦੇ ਨੇ ਲੋਕਾਂ ਨੂੰ। ਬੜੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ, ਗ੍ਰੰਥ ਲੈ ਕੇ ਬੈਠੇ ਨੇ, ਕਈ ਤਰ੍ਹਾਂ ਦੇ ਦਾਅਵੇ ਕਰਦੇ ਨੇ, ਉਹ ਵੀ ਲਿਖਿਆ ਹੁੰਦਾ ਸੈਂਸ ਇੰਨਾ। ਜਿਹੜੀ ਤੁਸੀਂ ਗੱਲ ਕਹੀ ਹੈ, ਦੇਖੋ ਜਦੋਂ ਦਾ ਇਹ ਸੰਸਾਰ ਬਣਿਆ ਹੈ, ਅੱਛੇ ਲੋਕ ਵੀ ਨੇ, ਬੁਰੇ ਲੋਕ ਵੀ ਨੇ। ਠੀਕ ਹੈ, ਬਿਲਕੁਲ। ਉਹਦਾ ਜਿਹੜਾ ਹੈ ਕਿ ਇਕੱਲੇ ਮੈਂ ਪੈਸੇ ਹੀ ਕਮਾਉਣੇ ਆ, ਲੋਕਾਂ ਨਾਲ ਉਹ ਬਹੁਤ ਵੱਡਾ ਧੋਖਾ ਕਰਦੇ ਆ, ਔਰ ਮੈਂ ਸਮਝਦਾ ਇਹ ਆਯੁਰਵੇਦ ਦੇ ਉੱਪਰ ਇੱਕ ਬਹੁਤ ਵੱਡਾ ਕਲੰਕ ਹੈ ਜਿਹੜਾ ਇਹੋ ਜਿਹਾ ਕੰਮ ਕਰਦੇ ਇਹ ਚੀਜ਼ਾਂ ਵੀ ਚੱਲ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ। ਮੈਂ ਤੁਹਾਨੂੰ ਇਹ ਪਹਿਲਾਂ ਵੀ ਕਹਿ ਚੁੱਕਾ, ਜਦੋਂ ਦਾ ਸੰਸਾਰ ਬਣਿਆ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਅੱਛੇ ਲੋਕ ਵੀ ਨੇ ਔਰ ਗਲਤ ਤਰ੍ਹਾਂ ਦੇ ਲੋਕ। ਅੱਛਾ ਡਾਕਟਰ ਸਾਹਿਬ, ਇੱਕ ਦਵਾਈਆਂ ਦੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਕੀ ਚੀਜ਼ ਹੈ ਕੋਈ ਮਰੀਜ਼ ਠੀਕ ਹੋਣ ਨੂੰ, ਦਵਾਈਆਂ ਨੇ ਜਿਹੜੀਆਂ ਜੋ ਬੜੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਭਸਮ ਪੈਂਦੀ ਆ, ਤੁਸੀਂ ਬਿਹਤਰ ਦੱਸ ਸਕਦੇ ਹੋ, ਲਿਖਿਆ ਹੁੰਦਾ ਸੋਨ ਭਸਮ ਹੈ, ਮੋਤੀ ਭਸਮ ਹੈ ਨਾ, ਸ਼ਾਇਦ ਮੈਂ ਟੈਕਨੀਕਲੀ ਚੀਜ਼ਾਂ ਨਾਮ ਸਹੀ ਲੈ ਰਿਹਾ, ਪਤਾ ਨਹੀਂ ਗਲਤ ਲੈ ਰਿਹਾ, ਉਹਦੇ ਬਾਰੇ ਦੱਸੋ। ਆਪ ਤਿਆਰ ਕਰਦੇ ਹੋ ਜਾਂ ਇਹਦੀ ਵੀ ਕੋਈ ਬਹੁਤ ਜਾਂ ਕਿਤੋਂ ਤਿਆਰ ਕਰਵਾ ਕੇ ਲੈ ਬਣੀਆਂ ਬਣਾਈਆਂ ਮਿਲਦੀਆਂ ਨੇ? ਦੇਖੋ, ਜਿਹੜੀਆਂ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਤੁਸੀਂ ਤਿਆਰ ਨਹੀਂ ਕਰ ਸਕਦੇ, ਅੱਛਾ, ਉਹ ਮਾਰਕੀਟ 'ਚੋਂ ਵੀ ਲੈਣੀਆਂ ਪੈਂਦੀਆਂ, ਪਰ ਜਿੰਨਾ ਆਪਣੀ ਬਣਾਈ ਚੀਜ਼ ਤੇ ਭਰੋਸਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ, ਕੌਨਫੀਡੈਂਸ ਹੁੰਦਾ ਹੈ, ਉਹ ਦੂਸਰੇ ਤੇ ਨਹੀਂ ਹੁੰਦਾ। ਪਰ ਸਾਡੀ ਜਿਹੜੀ ਮੈਡੀਸਨ ਹੈ, ਅਸੀਂ ਲਗਭਗ 90% ਜਿਹੜੀਆਂ ਮੈਡੀਸਨ ਹੈ ਅਸੀਂ ਖੁਦ ਤਿਆਰ ਕਰਦੇ ਹਾਂ, ਭਸਮਾਂ ਤਿਆਰ ਕਰਦੇ ਹਾਂ, ਮੈਡੀਸਨ ਤਿਆਰ ਕਰਦੇ ਹਾਂ। ਤੇ ਜੇ ਸਕਸੈਸ ਰੇਟ ਦੇਖੀਏ ਤੁਹਾਡੇ ਨਿਰੋਗ ਕਾਇਆ ਸੈਂਟਰ ਦੇ, ਜਿੱਥੋਂ ਤੱਕ ਸਕਸੈਸ ਰੇਟ ਦੀ ਗੱਲ ਹੈ, ਤਕਰੀਬਨ 90 ਤੋਂ ਲੈ ਕੇ 95% ਜਿਹੜੇ ਸਾਡੇ ਪੇਸ਼ੈਂਟਸ ਨੇ ਉਹ ਠੀਕ ਹੁੰਦੇ ਆ। ਜਿਹੜੇ ਨਹੀਂ ਠੀਕ ਹੁੰਦੇ ਉਹਦਾ ਕਾਰਨ ਹੈ ਕਿ ਪੇਸ਼ੈਂਟ ਰੈਗੂਲਰ ਮੈਡੀਸਨ ਨਹੀਂ ਲੈਂਦਾ, ਪਰਹੇਜ਼ ਨਹੀਂ ਕਰਦਾ, ਠੀਕ ਢੰਗ ਨਾਲ ਦਵਾਈ ਨਹੀਂ ਲੈਂਦਾ। ਇਹਦੇ ਵਿੱਚ ਸਾਡਾ ਆਯੁਰਵੇਦ ਦਾ ਜਿਹੜਾ ਹੈ ਉਹ ਕਰਮ ਰੋਗ ਨਾਲ ਵੀ ਸੰਬੰਧਿਤ ਹੈ। 1-2% ਐਸੇ ਹੁੰਦੇ ਆ ਜਿਨ੍ਹਾਂ ਦਾ ਕੋਈ ਕਰਮ ਰੋਗ ਵੀ ਹੁੰਦਾ ਤੇ ਪਰ ਮੈਂ ਸਮਝਦਾ ਉਹਦਾ ਵੀ ਕਿਤੇ ਚਰਚਾ ਕਰਾਂਗੇ, ਉਹਦੇ ਤੇ ਵੀ ਬਹੁਤ ਜ਼ਿਆਦਾ ਜਿਹੜਾ ਸੋਲੂਸ਼ਨ ਉਹਦਾ ਹੱਲ ਹੈ। ਡਾਕਟਰ ਸਾਹਿਬ, ਕਰਮ ਰੋਗ ਦੀ ਗੱਲ ਕੀਤੀ ਤੁਸੀਂ ਤਾਂ ਉਸ ਚੀਜ਼ ਤੋਂ, ਤੁਹਾਡੇ ਉਸ ਆਨਸਰ ਤੋਂ ਇੱਕ ਗੱਲ ਮੈਨੂੰ ਯਾਦ ਆਈ। ਕੁਛ ਲੋਕ ਹੁੰਦੇ ਨੇ ਉਹਨਾਂ ਨੂੰ ਬਿਮਾਰੀ ਇੱਕ ਹੋਈ, ਉਹ ਠੀਕ ਹੋਈ, ਦੂਜੀ ਬਿਮਾਰੀ ਹੋ ਗਈ, ਦੂਜੀ ਠੀਕ ਹੋਈ, ਤੀਜੀ ਬਿਮਾਰੀ ਹੋ ਗਈ, ਔਰ ਤਮਾਮ ਤਰ੍ਹਾਂ ਦੇ ਟੈਸਟ ਕਰਾ ਲੈਂਦੇ ਨੇ, MRI ਤੱਕ ਕਰਾ ਲਈ ਜਾਂਦੀ ਆ, ਉਹਦੇ ਵਿੱਚ ਕੁਛ ਨਹੀਂ ਆਉਂਦਾ, ਪਰ ਉਹ ਜਿਹੜਾ ਇੱਕ ਸਾਈਕਲ ਹੈ ਬਿਮਾਰੀਆਂ ਦਾ, ਇੱਕ ਗੇੜ ਜਿਹਾ ਉਹ ਚੱਲਦਾ ਰਹਿੰਦਾ। ਤੇ ਕਹਿੰਦੇ ਕੋਈ ਇਹਦਾ ਵੀ ਸੰਬੰਧ ਹੈ, ਐਸਟ੍ਰੋਲੋਜੀ ਦਾ ਵੀ ਕੋਈ ਹੁੰਦਾ ਵਾ ਚੀਜ਼ਾਂ? ਗਗਨ ਜੀ, ਜਿਹੜਾ ਤੁਸੀਂ ਇਹ ਪ੍ਰਸ਼ਨ ਪੁੱਛਿਆ ਨਾ, ਬਹੁਤ ਅੱਛਾ ਪ੍ਰਸ਼ਨ ਹੈ। ਇਹ ਆਮ ਬੰਦਾ ਨਹੀਂ ਪੁੱਛ ਸਕਦਾ। ਮੈਨੂੰ ਐਂ ਲੱਗਦਾ ਤੁਸੀਂ ਵੀ ਹੋਮਵਰਕ ਕਰਕੇ ਆਏ ਹੋ, ਤਿਆਰੀ ਕਰਕੇ ਆਏ ਹੋ, ਤੁਹਾਡੇ ਮਨ 'ਚ ਵੀ ਕੋਈ ਜਿਗਿਆਸਾ ਹੈ। ਇਹ ਮੈਡੀਕਲ ਐਸਟ੍ਰੋਲੋਜੀ ਨਾਲ ਜੁੜਿਆ ਪ੍ਰਸ਼ਨ ਹੈ। ਠੀਕ ਹੈ। ਔਰ ਚਿਕਿਤਸਾ ਆਯੁਰਵੈਦਿਕ ਸ਼ਾਸਤਰ ਦੇ ਨਾਲ ਹੈ। ਜੇ ਕਿਹਾ ਜਾਵੇ ਰਿਲੇਸ਼ਨ ਇਨ ਆਯੁਰਵੇਦਾ ਐਂਡ ਐਸਟ੍ਰੋਲੋਜੀ, ਇਹਦੇ ਵਿੱਚ ਬਿਲਕੁਲ ਸੰਬੰਧ ਹੈ। ਮੈਂ ਦੱਸਾਂਗਾ ਤੁਹਾਨੂੰ, ਉਹਦਾ ਪ੍ਰਮਾਣ ਦਿੰਨਾ। ਚਰਕ ਸਹਿਤਾ, ਸੁਸ਼ਰਤ ਜਿਹੜੀ ਸਹਿਤਾ ਹੈ, ਗ੍ਰੰਥ ਹੈ ਸਾਡੇ, ਉਹਦੇ ਵਿੱਚ ਬਿਲਕੁਲ ਇਹ ਕਲੀਅਰ ਕੱਟ ਲਿਖਿਆ ਹੈ ਕਿ ਜਿਹੜਾ ਆਯੁਰਵੈਦਿਕ ਟ੍ਰੀਟਮੈਂਟ ਦੇਣ ਵਾਲਾ ਚਿਕਿਤਸਕ ਹੈ, ਵੈਦ ਹੈ, ਡਾਕਟਰ ਹੈ, ਉਹਨੂੰ ਜੋਤਿਸ਼ ਸ਼ਾਸਤਰ ਦਾ ਗਿਆਨ ਹੋਣਾ ਅਤੀ ਜ਼ਰੂਰੀ ਹੈ। ਅੱਛਾ। ਔਰ ਇੱਥੇ ਗੱਲ ਮੈਂ ਹੋਰ ਵੀ ਕਹੂੰਗਾ, ਜਿਹੜੇ ਦਰਸ਼ਕ ਦੇਖ ਰਹੇ ਨੇ, ਕਿ ਉਹ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ, ਉਹ ਕੱਲਾ ਜੋਤਿਸ਼ ਦੇ ਉੱਤੇ ਡਿਪੈਂਡ ਨਾ ਰਹਿਣ, ਕੱਲੇ ਉਪਾਇਆਂ ਦੇ ਨਾਲ ਨਾ ਉਹ ਕਰਨ ਕਿ ਮੇਰੀ ਬਿਮਾਰੀ ਠੀਕ ਹੋ ਜੂਗੀ। ਉਹ ਬਹੁਤ ਵੱਡੀ ਗਲਤੀ ਕਰ ਰਹੇ ਹੈ। ਕਰਮ ਕਰਨਾ ਆਪਣਾ ਫਰਜ਼ ਹੈ, ਉਹਦੇ ਨਾਲ ਨਾਲ ਆਯੁਰਵੈਦਿਕ ਹਰਬਲ ਟ੍ਰੀਟਮੈਂਟ ਲੈਣਾ ਚਾਹੀਦਾ ਹੈ, ਉਹਦੇ ਨਾਲ ਉਹਦਾ ਸਹਾਰਾ ਲੈਣਾ ਚਾਹੀਦਾ। ਉਹਦਾ ਫਰਕ ਕੀ ਪਏਗਾ ਕਿ ਜਿਹੜੇ ਪੇਸ਼ੈਂਟ ਨੂੰ ਅਸੀਂ ਦਵਾਈ ਦਿੰਨੇ ਆ, ਉਹ 10% ਕੰਮ ਕਰਦੀ ਹੈ, ਕਈ ਵਾਰੀ ਰਿਜ਼ਲਟ ਨਹੀਂ ਮਿਲਦੇ। ਉਹ ਜਿਹੜੀ ਮੈਡੀਸਨ ਹੈ, ਉਹ ਆਯੁਰਵੈਦਿਕ ਹਰਬਲ ਟ੍ਰੀਟਮੈਂਟ ਹੈ, ਉਹ 100% ਕੰਮ ਕਰਨਾ ਸ਼ੁਰੂ ਕਰ ਦੂਗਾ। 10 ਟਾਈਮਸ ਉਹਦੀ ਜਿਹੜੀ ਹੈ ਪੋਟੈਂਸੀ, ਉਹਦੀ ਕੁਆਲਿਟੀ ਜ਼ਿਆਦਾ ਬੈਟਰ ਹੋ ਜਾਏਗੀ। ਇਦਾਂ ਦੇ ਕੇਸ ਆਏ ਨੇ, ਬਿਲਕੁਲ ਆਏ ਨੇ, ਪਰ ਇਹਦੇ ਬਾਰੇ ਬਹੁਤ ਗਹਿਨ ਮਤਲਬ ਚਿੰਤਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਹਰ ਆਦਮੀ ਨਹੀਂ ਕਰ ਸਕਦਾ। ਕਿਸੇ ਵੇਲੇ ਫਿਰ ਬੈਠੇ ਜ਼ਰੂਰ ਇਹ ਤੇ ਚਰਚਾ ਕਰਾਂਗੇ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਇਹ ਸੰਬੰਧ ਹੈਗਾ ਐਸਟ੍ਰੋਲੋਜੀ ਦਾ, ਪਰ ਇਲਾਜ ਬਹੁਤ ਜ਼ਰੂਰੀ ਹੈ। ਮੈਂ ਕੱਲ ਪਰਸੋਂ ਹੀ ਮੈਂ ਟੀਵੀ ਤੇ ਦੇਖਿਆ, ਕੋਈ ਪੰਡਤ ਕਹਿ ਰਹੇ ਸੀਗੇ, ਕਹਿੰਦੇ ਪਾਣੀ ਆ ਜਿਹੜਾ ਚਾਕੂ ਨਾਲ ਕੱਟ ਕੇ ਪੀ ਲਓ, ਮਤਲਬ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਸੀ। ਤਾਂ ਇਹ ਮਤਲਬ ਪਰ ਇਲਾਜ ਜ਼ਰੂਰੀ ਹੈ।
ਬਿਲਕੁਲ ਦੇਖੋ ਮੈਂ ਗੱਲ ਕਹੂੰਗਾ ਜਿਹੜੇ ਇਸ ਤਰ੍ਹਾਂ ਹਨੇਰੇ 'ਚ ਕਰਦੇ ਰਹਿੰਦੇ ਨੇ ਕੁਛ ਨਾ ਕੁਛ ਕੰਮ, ਉਹ ਕਈ ਵਾਰੀ ਇੰਨਾ ਵੱਡਾ ਨੁਕਸਾਨ ਹੋ ਜਾਂਦਾ ਹੈ, ਸਾਡੇ ਕੋਲ ਉਹਦਾ ਕੱਲ੍ਹ ਨੂੰ ਹੱਲ ਨਹੀਂ ਰਹਿੰਦਾ, ਸੋਲੂਸ਼ਨ ਨਹੀਂ ਹੁੰਦਾ, ਕਿਉਂਕਿ ਉਹ ਐਸੀ ਸਟੇਜ ਤੇ ਪਹੁੰਚ ਜਾਂਦੀਆਂ ਬਿਮਾਰੀਆਂ। ਇਹ ਜਿਹੜੇ ਅੰਧ ਵਿਸ਼ਵਾਸ ਵਿੱਚ ਲੋਕ ਹੈ ਇਸ ਤਰ੍ਹਾਂ ਦਾ ਕੁਝ ਕਹਿੰਦੇ ਨੇ, ਮੈਂ ਸਮਝਦਾ ਸਾਨੂੰ ਨਹੀਂ ਕਰਨਾ ਚਾਹੀਦਾ। ਡਾਕਟਰ ਸਾਹਿਬ ਇਦਾਂ ਦੇ ਵੀ ਕੇਸ ਖਰਾਬ ਹੋਏ ਤੁਹਾਡੇ ਕੋਲ ਆਉਂਦੇ ਨੇ ਜਿਨ੍ਹਾਂ ਦਾ ਕੋਈ, ਜਿਵੇਂ ਕੋਈ ਕਿਸੇ ਨੇ ਕਿਤੇ ਹੋਰ ਆਯੁਰਵੈਦ ਦਵਾਈਆਂ ਲਈਆਂ ਹੋਣ ਜਾਂ ਕੋਈ ਕਿਤੇ ਹੋਰ ਇਲਾਜ ਕਰਾਇਆ ਹੋਵੇ, ਇਲਾਜ ਗੱਲਬਾਤ ਬਣੀ ਨਾ ਹੋਵੇ, ਤੁਹਾਡੇ ਕੋਲ ਆਏ ਹੋਣ, ਕੇਸ ਵਿਗੜੇ ਕੇਸ ਕਹਿ ਲਈਏ ਆਪਾਂ? ਉਹਦੇ ਵਿੱਚ ਮੈਂ ਸਮਝਦਾ ਜਿਹੜਾ ਵੀ ਪੇਸ਼ੈਂਟ ਹੈ, ਜਦੋਂ ਉਹਨੂੰ ਪਤਾ ਲੱਗਦਾ ਕਿ ਉੱਥੇ ਪੇਸ਼ੈਂਟ ਠੀਕ ਹੋ ਰਹੇ ਨੇ, ਅੱਛਾ ਇਲਾਜ ਹੈ ਜਾਂ ਉੱਥੇ ਸਹੀ ਗਾਈਡ ਕੀਤਾ ਜਾਂਦਾ ਹੈ, ਤੇ ਉੱਥੇ ਫਿਰ ਪੇਸ਼ੈਂਟ ਆਉਂਦੇ ਹੀ ਆਉਂਦੇ ਹੈ, ਕਿਉਂਕਿ ਮਰੀਜ਼ ਜਿਹੜਾ ਪਰੇਸ਼ਾਨ ਹੈ ਉਹਨੇ ਤਾਂ ਹੱਲ ਲੱਭਣਾ, ਮੈਨੂੰ ਕਿੱਥੋਂ ਹੱਲ ਲੱਭਦਾ? ਸਾਡੇ ਕੋਲ ਬਹੁਤ ਦੂਰੋਂ ਪੇਸ਼ੈਂਟ ਆਉਂਦੇ ਨੇ, ਨਿਰੋਗ ਕਾਇਆ ਸੈਂਟਰ ਵਿੱਚ ਆ ਕੇ ਦੱਸਦੇ ਨੇ ਕਿ ਸਾਡੇ ਕੋਲ ਜਿਹੜਾ ਸਾਡੇ ਕੋਈ ਪਿੰਡ ਦਾ ਪੇਸ਼ੈਂਟ ਠੀਕ ਹੋਇਆ ਜੀ, ਜਾਂ ਸਾਡੇ ਰਿਸ਼ਤੇਦਾਰ ਠੀਕ ਹੋਇਆ ਸੀ, ਅਸੀਂ ਇਸ ਕਰਕੇ ਆਏ ਹਾਂ। ਇੱਥੋਂ ਪਤਾ ਲੱਗਦਾ ਕਿ ਸਾਡਾ ਜਿਹੜਾ ਸਕਸੈਸਫੁਲ ਰੇਟ ਹੈ ਉਹ ਬਹੁਤ ਅੱਛਾ। ਇੱਕ ਡਾਕਟਰ ਸਾਹਿਬ ਆਪਾਂ ਸ਼ੁਰੂਆਤ ਦੇ ਵਿੱਚ ਕੈਂਸਰ ਦੀ ਗੱਲ ਕੀਤੀ ਕਿ ਕੈਂਸਰ ਦਾ ਇੱਦਾਂ ਇਲਾਜ ਹੁੰਦਾ, ਹੋਰ ਬਹੁਤ ਚੀਜ਼ਾਂ ਨੇ। ਇੱਕ ਬਾਂਝਪਨ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ, ਮਤਲਬ ਬਹੁਤ ਵੱਡੇ ਪੱਧਰ ਤੇ ਲੋਕ ਪ੍ਰਭਾਵਿਤ ਨੇ ਤੇ ਇਲਾਜ ਵੀ ਬਹੁਤ ਮਹਿੰਗੇ ਨੇ ਇਹਦੇ। ਔਰ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈਗੀ ਆ। ਲਾਈਫ ਸਟਾਈਲ ਕਹਿ ਲਓ, ਖਾਣ ਪੀਣ ਕਹਿ ਲਓ, ਇਹਨਾਂ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਦੇਖੋ ਜਿੱਥੇ ਤੱਕ ਬਾਂਝਪਨ ਦੀ ਗੱਲ ਹੈ, ਬੇ ਔਲਾਦ ਦੀ ਗੱਲ ਹੈ, ਦੇਖੋ ਬਾਂਝਪਨ ਜਿਹੜਾ ਹੈ ਲੇਡੀ ਜੈਂਟਸ ਦੋਨਾਂ ਨਾਲ ਤਾਲੁਕ ਰੱਖਦਾ। ਮੈਂ ਇੱਥੇ ਦੱਸਣਾ ਚਾਹੂੰਗਾ ਸਾਡੇ ਕੋਲ ਐਸੇ ਪੇਸ਼ੈਂਟ ਜਿਨ੍ਹਾਂ ਦੇ ਮੈਰਿਜ ਹੋਈ ਨੂੰ 15 ਸਾਲ ਹੋ ਗਏ, ਸ਼ਾਦੀ ਹੋਈ ਨੂੰ 20 ਸਾਲ ਹੋ ਗਏ, ਬੱਚਾ ਨਹੀਂ ਸੀ, ਕਿਉਂਕਿ ਜਿਹਦੇ ਘਰ ਔਲਾਦ ਨਹੀਂ ਹੈ ਉਦੋਂ ਬਿਨਾਂ ਨਾ ਜੀਵਨ ਹੈ ਨਾ ਉਹਦਾ ਸੰਸਾਰ ਹੈ। ਉਹਦੇ ਵਿੱਚ ਸਾਡੇ ਕੋਲ ਬਹੁਤ ਅੱਛਾ ਇਲਾਜ ਹੈ। ਔਰ ਜਿਹੜਾ ਅੰਡਾ ਬਣ ਜਾਂਦਾ ਹੈ, ਟਾਈਮ ਤੋਂ ਪਹਿਲਾਂ ਅੰਡਾ ਖਰਾਬ ਹੋ ਜਾਂਦਾ ਹੈ, ਫੁੱਟ ਜਾਂਦਾ ਹੈ, ਔਰ ਮੇਲ ਦੇ ਵਿੱਚ ਜਿਹੜੇ ਸੀਮਨ ਸਪਰਮ ਘੱਟ ਨੇ, ਕਾਊਂਟ ਘੱਟ ਨੇ, ਕੁਆਲਿਟੀ ਉਹਦੀ ਬੈਟਰ ਨਹੀਂ ਹੈਗੀ, ਜਾਂ ਟਾਈਮਿੰਗ ਦੀ ਪ੍ਰੋਬਲਮ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਹੈ, ਸੈਕਸੁਅਲ ਪ੍ਰੋਬਲਮ ਨੇ, ਉਹ ਸਾਡੇ ਸੈਂਟਰ ਵਿੱਚ ਨਿਰੋਗ ਜਿਹੜੀ ਚੀਜ਼ਾਂ ਦਾ ਜ਼ਿਕਰ ਕੀਤਾ, ਇਹਨਾਂ ਪ੍ਰੋਬਲਮ ਦਾ ਵੀ ਸਾਰਾ ਉੱਥੇ ਇਲਾਜ ਵਗੈਰਾ ਸਭ ਕੁਝ ਉਹਦੇ ਵਿੱਚ। ਮੈਂ ਇਲਾਜ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਨੇ, ਸਾਡੀ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਮੈਂ ਆਗਾਹ ਕਰਨਾ ਚਾਹੂੰਗਾ ਕਿ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਉਹ ਆਪਣੇ ਪੇਰੈਂਟਸ ਨੂੰ ਆਪਣਾ ਇੱਕ ਫਰੈਂਡ ਸਮਝਣ, ਮਿੱਤਰ ਸਮਝਣ, ਆਪਣੇ ਪੇਰੈਂਟਸ ਨਾਲ ਗੱਲ ਜ਼ਰੂਰ ਕਰਨ। ਜੇ ਲੜਕੀ ਹੈ ਆਪਣੇ ਮਦਰ ਨਾਲ ਗੱਲ ਜ਼ਰੂਰ ਕਰੇ, ਜੇ ਬੇਟਾ ਤਾਂ ਆਪਣੇ ਫਾਦਰ ਨਾਲ ਗੱਲ ਜ਼ਰੂਰ ਕਰੇ। ਜਦੋਂ ਉਹਨਾਂ ਨਾਲ ਗੱਲ ਕਰਨਗੇ ਉਹ ਸਹੀ ਰਸਤਾ ਦਿਖਾ ਸਕਦੇ। ਔਰ ਮੈਂ ਇੱਥੇ ਪੇਰੈਂਟਸ ਨੂੰ ਵੀ ਕਹੂੰਗਾ, ਬੱਚਿਆਂ ਨਾਲ ਆਪਣਾ ਦੋਸਤਾਨਾ ਰਿਲੇਸ਼ਨ ਰੱਖਣਾ ਚਾਹੀਦਾ, ਉਹਨਾਂ ਨੂੰ ਟਾਈਮ ਟੂ ਟਾਈਮ ਗਾਈਡ ਕਰਨਾ ਚਾਹੀਦਾ ਕਿ ਇਹ ਚੀਜ਼ ਤੋਂ ਫਾਇਦਾ ਹੈ, ਇਹ ਚੀਜ਼ ਤੋਂ ਨੁਕਸਾਨ ਹੈ, ਵੀ ਜੇ ਕੋਈ ਪ੍ਰੋਬਲਮ ਹੈ ਸਾਨੂੰ ਦੱਸੋ। ਫਿਰ ਮੈਂ ਇੱਥੇ ਗੱਲ ਕਹੂੰਗਾ, ਜਦੋਂ ਤੁਸੀਂ ਜਾਣਦੇ ਆ ਕੁਆਲੀਫਾਈਡ ਡਾਕਟਰ, ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਕੀ ਉਹ ਕੰਮ ਕਰ ਰਹੇ ਹੈ, ਜਦੋਂ ਪੇਸ਼ੈਂਟ ਜਾਂਦਾ ਇਹ ਜ਼ਰੂਰ ਚੈੱਕ ਕਰੇ। ਅੱਛਾ ਡਾਕਟਰ ਸਾਹਿਬ, ਲਗਾਵ ਕਿਉਂ ਆ ਤੁਹਾਡਾ ਆਯੁਰਵੇਦ ਦੇ ਨਾਲ? ਇੰਨਾ ਲਗਾਵ ਕਿਉਂ ਆ? ਜੋ ਤੁਸੀਂ ਦੱਸਿਆ ਕਿ ਤੁਹਾਡੇ ਬਹੁਤ ਮਤਲਬ ਪੁਰਖਿਆਂ ਦਾ ਇਹ ਕੰਮ ਹੈ, ਚਲੋ ਸੇਵਾ ਕਹਿ ਲਈਏ, ਚਾਹੇ, ਤੁਹਾਡਾ ਲਗਾਵ ਕਿਉਂ ਆ ਇੰਨਾ ਜ਼ਿਆਦਾ? ਦੇਖੋ ਜਿਹੜਾ ਮੇਰਾ ਆਯੁਰਵੈਦਿਕ ਔਰ ਹਰਬਸ ਨਾਲ ਲਗਾਓ ਹੈ, ਉਹਦੇ ਪਿੱਛੇ ਬਹੁਤ ਵੱਡੇ ਕਈ ਕਾਰਨ ਨੇ। ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਡੀ ਸਭ ਤੋਂ ਪ੍ਰਾਚੀਨ ਪੈਥੀ ਹੈ, 5000 ਸਾਲ ਪੁਰਾਣੀ ਪੈਥੀ ਹੈ। ਔਰ ਇੱਕ ਐਸੀ ਪੈਥੀ ਹੈ, ਜੇ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜਿਹਦੇ ਵਿੱਚ ਤੁਹਾਨੂੰ ਨਿਰੋਗ, ਰੋਗ ਮੁਕਤ ਕਰਨ ਲਈ ਔਰ ਖੁਸ਼ ਰੱਖਣ ਲਈ ਔਰ ਲੰਬੀ ਉਮਰ ਜੀਣ ਲਈ ਦਾ ਰਾਜ ਤੇ ਉਹਦਾ ਗਿਆਨ ਤੇ ਵਿਗਿਆਨ ਇਹਦੇ ਵਿੱਚ ਛੁਪਿਆ ਹੈ। ਜੇ ਬੰਦਾ ਇਹਨੂੰ ਸਮਝ ਲਵੇ, ਇਹਦੀ ਡਿਟੇਲ ਇਹਦੇ ਵਿੱਚ ਜਾ ਕੇ ਯਾਨੀ ਖੁੱਭ ਜਾਵੇ, ਇਹਦੇ ਗਿਆਨ ਨੂੰ ਸਮਝ ਲੈਂਦਾ, ਤਾਂ ਮੈਂ ਸਮਝਦਾ ਕੋਈ ਐਸੀ ਲਾਇਲਾਜ ਬਿਮਾਰੀ ਨਹੀਂ, ਕੋਈ ਐਸੀ ਕਰੋਨਿਕ ਡਿਜ਼ੀਜ਼ ਨਹੀਂ ਕਿ ਉਹ ਨਾ ਠੀਕ ਹੋ ਸਕਦੀ ਹੋਵੇ। ਮੈਂ ਭਰੋਸੇ ਤੇ ਵਿਸ਼ਵਾਸ ਨਾਲ ਕਹਿ ਸਕਦਾ ਉਹ ਠੀਕ ਹੋ ਸਕਦੀ ਹੈ। ਦੇਖੋ ਹੁਣ ਇਹਦਾ ਨਾਂ ਆਯੁਰਵੇਦ, ਆਯੁਵੇਦ 2 ਸ਼ਬਦਾਂ ਦੇ ਮਿਲਣ ਨਾਲ ਬਣਿਆ। ਆਯੂ ਮੈਨੇ ਲਾਈਫ, ਜ਼ਿੰਦਗੀ, ਵੇਦ ਮੈਨੇ ਗਿਆਨ ਤੇ ਵਿਗਿਆਨ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇਹਨੂੰ ਸਮਝਣ ਦੀ ਲੋੜ ਹੈ। ਜੇ ਇਹਨੂੰ ਸਮਝ ਲਓ ਤਾਂ ਇਹਦੇ ਵਿੱਚ ਬਹੁਤ ਖਜ਼ਾਨਾ ਛੁਪਿਆ ਹੋਇਆ। ਠੀਕ ਹੈ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਵੀ ਹੈ, ਇੰਟਰਨੈਟ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ। ਇੱਕ ਇਹ ਚੀਜ਼ ਵੀ ਹੁੰਦੀ ਹੈ ਕਿ ਨੰਬਰ ਦੇਖ ਕੇ ਇਲਾਜ ਹੋ ਜਾਂਦਾ, ਤਾਂ ਉਹਦੇ ਬਾਰੇ ਵੀ ਅੱਜ ਥੋੜ੍ਹਾ ਜਿਹਾ ਕਲੀਅਰ ਕਰੋ। ਮੈਂ ਇਸ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੂੰਗਾ, ਤੁਸੀਂ ਗੱਲ ਪੁੱਛੀ ਸੀ ਕਿ ਲਗਾਓ ਦੀ ਵੀ, ਉਹਦੇ ਵਿੱਚ ਮੈਂ ਹੋਰ ਤੁਹਾਨੂੰ ਕਲੀਅਰ ਕਰਨਾ ਚਾਹੂੰਗਾ। ਇਹ ਬਾਡੀ ਨੂੰ ਡਿਟੌਕਸ ਕਰਦੀ ਹੈ, ਸ਼ੁੱਧ ਕਰਦੀ ਹੈ, ਬਿਮਾਰੀ ਨੂੰ ਜੜ ਤੋਂ ਖਤਮ ਕਰ ਲੈਂਦੀ ਹੈ। ਜੇ ਕੋਈ ਪੇਸ਼ੈਂਟ ਕੰਪਲੀਟ ਟ੍ਰੀਟਮੈਂਟ ਲੈ ਲੈਂਦਾ, ਪੂਰਾ ਪਰਹੇਜ਼ ਰੱਖਦਾ, ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਔਰ ਦੁਬਾਰਾ ਹੁੰਦੀ ਨਹੀਂ। ਐਗਜ਼ਾਮਪਲ ਤੌਰ ਤੇ
ਕਿਸੇ ਨੂੰ ਖਾਂਸੀ ਬਲਗਮ ਹੁੰਦੀ ਹੈ, ਰੇਸ਼ਾ ਹੁੰਦਾ ਹੈ। ਦੂਸਰੀ ਪੈਥੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਮੈਡੀਸਨ ਦੇ ਕੇ ਉਹ ਰੇਸ਼ੇ ਨੂੰ ਅੰਦਰੇ ਸਾੜਿਆ ਜਾਂਦਾ ਹੈ। ਸਾਡੀ ਪੈਥੀ ਉਸ ਨੂੰ ਅੰਦਰੋਂ ਬਾਹਰ ਕੱਢਦੀ ਹੈ, ਸਫਾਈ ਕਰਦੀ ਹੈ। ਤੁਸੀਂ ਆਪ ਹੀ ਦੇਖੋ, ਜਦੋਂ ਸਾਡੇ ਕਿਸੇ ਵੀ ਸਰੀਰ ਦੇ ਹਿੱਸੇ ਵਿੱਚ, ਬਾਡੀ ਵਿੱਚ ਉਹ ਗੰਦਗੀ ਰਹਿ ਜਾਂਦੀ ਹੈ, ਉਹ ਕਿਤੇ ਨਾ ਕਿਤੇ ਫਿਰ ਹੌਲੀ 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 ਇੱਕ ਗੰਭੀਰ ਬਿਮਾਰੀ ਬਣ ਜਾਂਦੀ ਹੈ। ਇਸ ਕਰਕੇ ਆਯੁਰਵੈਦਿਕ ਮੈਡੀਸਨ ਜਿਹੜੀਆਂ ਹਰਬਸ ਹੈ, ਇਹ ਜ਼ਿਆਦਾ ਫਾਇਦੇਮੰਦ ਨੇ, ਜ਼ਿਆਦਾ ਲਾਭਵੰਦ ਨੇ, ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਡਾਕਟਰ ਸਾਹਿਬ, ਇੰਟਰਨੈਟ ਦੀ ਮੈਂ ਗੱਲ ਪੁੱਛ ਰਿਹਾ ਸੀਗਾ। ਇੰਟਰਨੈਟ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ, ਬੜੇ ਤਰ੍ਹਾਂ ਦੇ ਇਲਾਜ ਨੇ, ਹੈ ਨਾ। ਉੱਥੋਂ ਪੜ੍ਹ ਕੇ ਕਈ ਇਲਾਜ ਕਰੀ ਜਾਂਦੇ ਨੇ, ਆਯੁਰਵੈਦਿਕ ਇਲਾਜ ਕਰੀ ਜਾਂਦੇ ਨੇ, ਨਬਜ਼ ਦੇਖ ਕੇ ਦੱਸ ਦਿੰਦੇ ਨੇ। ਇਹ ਚੀਜ਼ਾਂ ਦੇ ਤੱਥ ਹੈਗੇ ਨੇ ਨਬਜ਼ ਵਾਲੀ ਗੱਲ ਤੋਂ ਖਾਸ ਤੌਰ ਤੇ? ਜਿੱਥੋਂ ਤੱਕ ਤੁਸੀਂ ਗੱਲ ਥੋੜੀ ਜੀ ਪ੍ਰਸ਼ਨ, ਮੈਂ ਤੁਹਾਡਾ ਕੁਐਸਚਨ ਸਮਝ ਨਹੀਂ ਪਾਇਆ। ਤੁਸੀਂ ਕਹਿ ਰਹੇ ਹੋ ਕਿ ਇੰਟਰਨੈਟ ਤੇ ਨਬਜ਼ ਦੇਖੇ। ਇੱਕ ਤਾਂ ਇੰਟਰਨੈਟ ਵਾਲੀ ਗੱਲ ਹੋ ਗਈ, ਇੰਟਰਨੈਟ ਤੋਂ ਪੜ੍ਹ ਕੇ ਜਿਹੜੇ ਇਲਾਜ ਕਰ ਦਿੰਦੇ ਨੇ। ਉਹਦੇ ਲਈ ਮੈਂ ਦੱਸਣਾ ਚਾਹੂੰਗਾ, ਜਿਹੜੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਹੈ, ਉਹਨਾਂ ਨੂੰ ਮੈਂ ਆਗਾਹ ਕਰਨਾ ਚਾਹੂੰਗਾ, ਸੁਚੇਤ ਕਰਨਾ ਚਾਹੂੰਗਾ ਕਿ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਉਹਨੂੰ ਪੰਜਾਬੀ ਜਿਹਨੂੰ ਕਹਿੰਦੇ ਆ, ਆਪਣੀ ਗੱਲ ਜਿਹੜੀ ਹੈ ਉਹ ਪੱਲੇ ਬੰਨ੍ਹ ਲੈਣ, ਲੜ ਬੰਨ੍ਹ ਲੈਣ, ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਕਾਰਨ ਹੈ ਕਿ ਜਦੋਂ ਤੁਸੀਂ ਨੈਟ ਜਾਂ ਗ੍ਰੰਥ 'ਚ ਪੜ੍ਹ ਕੇ ਨੁਸਖਾ ਦੇਖ ਲੈਂਦੇ ਹੋ, ਬਣਾ ਲੈਂਦੇ ਹੋ, ਜਾਂ ਤੁਰਿਆ ਜਾਂਦਾ ਕੋਈ ਤੁਹਾਨੂੰ ਦੱਸ ਦਿੰਦਾ ਹੈ, ਉਹਦਾ ਜਿਹਨੂੰ ਨਹੀਂ ਗਿਆਨ, ਜਿਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ, ਤੁਸੀਂ ਉਹਨੂੰ ਵਰਤ ਲੈਂਦੇ ਹੋ, ਉਹਦੀ ਭਰਪਾਈ ਕਰਨੀ ਮੁਸ਼ਕਲ ਹੈ, ਔਰ ਐਸੇ ਕਈ ਵਾਰੀ ਨੁਕਸਾਨ ਹੋ ਜਾਂਦੇ, ਉਹਦਾ ਫਿਰ ਹੱਲ ਨਹੀਂ ਹੁੰਦਾ। ਹੁਣ ਸਾਡੇ ਕੋਲ ਜਿਹੜਾ ਨਿਰੋਗ ਕਾਇਆ ਸੈਂਟਰ ਵਿੱਚ ਪੇਸ਼ੈਂਟ ਆਂਦਾ ਹੈ, ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਉਹਦੀ ਹਿਸਟਰੀ ਲੈਂਦੇ ਹਾਂ। ਉਸ ਤੋਂ ਬਾਅਦ ਉਹਦਾ ਨਾੜੀ ਪ੍ਰੀਖਣ ਕਰਦੇ ਹਾਂ, ਜਿਹਨੂੰ ਕਹਿੰਦੇ ਆ ਨਬਜ਼ ਦੇਖਣਾ। ਅੱਛਾ। ਉਹਦੇ ਵਿੱਚ 3 ਚੀਜ਼ਾਂ ਜਿਹੜੀਆਂ, ਵਾਤ, ਪਿੱਤ, ਕਫ, ਕਿਹੜੀ ਚੀਜ਼ ਪ੍ਰਧਾਨ ਹੈ। ਫਿਰ ਉਸ ਤੋਂ ਬਾਅਦ ਉਹਦੀ ਪ੍ਰਕਿਰਤੀ ਕੈਸੀ ਹੈ, ਉਹਨੂੰ ਠੰਡੀ ਚੀਜ਼ ਅੱਛੀ ਲੱਗਦੀ ਹੈ, ਗਰਮੀ ਅੱਛੀ ਲੱਗਦੀ ਹੈ। ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਉਹਦੀ ਮੈਡੀਸਨ ਜਿਹੜੀ ਹੈ, ਹਰਬਸ ਜੇ ਦੇਣੀ ਹੈ, ਜੇ ਭਸਮ ਦੇਣੀ ਹੈ, ਜਾਂ ਕੋਈ ਵੀ ਚੀਜ਼ ਦੇਣੀ ਹੈ, ਉਹ ਚੂਜ਼ ਕੀਤੀ ਜਾਂਦੀ ਹੈ। ਗੱਲ ਇੱਥੇ ਵੀ ਨਹੀਂ ਖਤਮ ਹੋ ਜਾਂਦੀ। ਫਿਰ ਉਸ ਤੋਂ ਬਾਅਦ ਦੇਖਣਾ ਹੈ ਕਿ ਜਿਹੜੀ ਤੁਸੀਂ ਹਰਬਸ ਦੇ ਰਹੇ ਹੋ, ਮੰਨ ਲਓ ਐਗਜ਼ਾਮਪਲ ਤੌਰ ਤੇ, ਉਹ ਹਰਬਸ ਦਾ ਕਿਹੜਾ ਪਾਰਟ ਦੇਣਾ ਹੈ। ਤੁਸੀਂ ਫਲ ਦੇਣਾ ਹੈ, ਪੱਤਾ ਦੇਣਾ ਹੈ, ਜੜ ਦੇਣੀ ਹੈ, ਤਣਾ ਦੇਣਾ ਹੈ, ਛਾਲ ਦੇਣੀ ਹੈ। ਉਸ ਤੋਂ ਬਾਅਦ ਹੁਣ ਤੁਸੀਂ ਉਹ ਬਣ ਤਾਂ ਗਈ, ਫਿਰ ਉਹਦੀ ਮਾਤਰਾ ਵੀ ਦੇਖਣੀ ਹੈ, ਆਪਾਂ ਕਿੰਨੀ ਕੁਆਂਟੀਟੀ 'ਚ ਦੇਣੀ ਹੈ। ਹੁਣ ਆਪਾਂ ਕੁਆਂਟੀਟੀ ਵੀ ਤੈਅ ਕਰ ਲਈ। ਉਸ ਤੋਂ ਬਾਅਦ ਦੇਖਣਾ ਹੈ ਕਿ ਇਹਨੂੰ ਕਿਸ ਚੀਜ਼ ਨਾਲ ਦੇਣਾ ਹੈ, ਭਸਮ ਹੈ ਜਾਂ ਹਰਬਸ ਹੈ, ਦੁੱਧ ਨਾਲ ਦੇਣਾ ਹੈ, ਪਾਣੀ ਨਾਲ ਦੇਣਾ ਹੈ, ਮੱਖਣ, ਮਲਾਈ, ਮਤਲਬ ਬਹੁਤ ਚੀਜ਼ਾਂ ਨੇ, ਟੈਕਨੀਕਲ ਚੀਜ਼ਾਂ, ਬੜੀਆਂ ਟੈਕਨੀਕਲ ਚੀਜ਼ਾਂ ਨੇ। ਔਰ ਉਸ ਤੋਂ ਬਾਅਦ ਇੱਥੇ ਫਿਰ ਗੱਲ ਖਤਮ ਨਹੀਂ ਹੋਗੀ। ਫਿਰ ਉਹਨੂੰ ਦੇਖਣਾ ਹੈ ਇਹ ਦਿਨੇ ਦੇਣੀ ਹੈ ਕਿ ਰਾਤ ਨੂੰ ਦੇਣੀ ਹੈ, ਜਾਂ ਖਾਣੇ ਤੋਂ ਪਹਿਲਾਂ ਦੇਣੀ ਹੈ ਜਾਂ ਖਾਣੇ ਤੋਂ ਬਾਅਦ ਦੇਣੀ ਹੈ। ਇਸ ਕਰਕੇ ਮੈਂ ਇਹ ਗੱਲ ਕਹਾਂਗਾ ਕਿ ਕੋਈ ਵੀ ਇਸ ਤਰ੍ਹਾਂ ਦੇ ਨੈਟ ਤੋਂ ਜਾਂ ਗ੍ਰੰਥ ਤੋਂ ਪੜ੍ਹ ਕੇ ਪਲੀਜ਼ ਇਲਾਜ ਨਾ ਕਰੋ। ਨਿਰੋਗ ਕਾਇਆ ਸੈਂਟਰ ਵਿੱਚ ਆਯੁਰਵੈਦਿਕ ਹਰਬਲ ਟ੍ਰੀਟਮੈਂਟ ਜਿਹੜਾ ਹੈ, ਕੁਆਲੀਫਾਈਡ ਤੇ ਐਕਸਪਰਟ ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ। ਅਸੀਂ ਜਿਹੜੀ ਕੋਈ ਮੈਡੀਸਨ ਦਿੰਦੇ ਹਾਂ, ਬਿਲਕੁਲ ਪੇਸ਼ੈਂਟ ਦੀ ਹਿਸਟਰੀ ਲੈ ਕੇ ਉਹਦੀ ਤਹਿ ਤੱਕ ਜਾ ਕੇ ਉਹਨੂੰ ਦੇਖਣ ਤੋਂ ਬਾਅਦ ਇਲਾਜ ਕਰਦੇ ਹਾਂ। ਔਰ ਜਿਹੜੀਆਂ ਲਾਇਲਾਜ ਬਿਮਾਰੀਆਂ, ਕ੍ਰੋਨਿਕ ਡਿਜ਼ੀਜ਼ ਹੈ, ਗੰਭੀਰ ਬਿਮਾਰੀਆਂ, ਅਸੀਂ ਠੀਕ ਕਰਦੇ ਹਾਂ। ਤਾਂ ਬਿਲਕੁਲ, ਤਾਂ ਲਗਾਤਾਰ ਡਾਕਟਰ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ, ਤੇ ਡਾਕਟਰ ਸਾਹਿਬ ਨਾਲ ਹੁਣ ਗੱਲਬਾਤ ਕਰਦੇ ਹਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੇ, ਆਮ ਤੌਰ ਤੇ ਜਿਹੜੇ ਲੋਕ ਗ੍ਰਸਤ ਨੇ ਜਿਨ੍ਹਾਂ ਤੋਂ, ਤੇ ਉਹਨਾਂ ਬਾਰੇ ਜਿਹੜਾ ਵਿਸਥਾਰ ਨਾਲ ਡਾਕਟਰ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਥਾਇਰਾਇਡ ਦੀ ਬਹੁਤ ਜ਼ਿਆਦਾ ਸਮੱਸਿਆ ਖਾਸ ਤੌਰ ਤੇ ਹੁੰਦੀ ਹੈ, ਤਾਂ ਉਹਦੇ ਬਾਰੇ ਵੀ ਡਾਕਟਰ ਸਾਹਿਬ ਤੋਂ ਜਿਹੜਾ ਜਾਣ ਲੈਂਦੇ ਹਾਂ। ਦੇਖੋ, ਅੱਜ ਕੱਲ੍ਹ ਥਾਇਰਾਇਡ ਜਿਹੜਾ ਬੜਾ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ, ਲੋਕਾਂ ਨੂੰ ਬਹੁਤ ਜ਼ਿਆਦਾ, ਇਹ 2 ਤਰ੍ਹਾਂ ਦਾ ਹੁੰਦਾ ਹੈ ਥਾਇਰਾਇਡ, ਹਾਈਪੋ ਔਰ ਹਾਈਪਰ। ਥਾਇਰਾਇਡ ਦੇ ਵਿੱਚ ਕੀ ਹੈ, ਇੱਕ ਦੇ ਵਿੱਚ ਵਜ਼ਨ ਵੱਧਦਾ, ਇੱਕ 'ਚ ਘਟਦਾ। ਇਹਦੇ ਵਿੱਚ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ, ਪੇਸ਼ੈਂਟ ਦੀ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਜਿਹਦੇ ਨਾਲ ਥਕਾਵਟ, ਕਮਜ਼ੋਰੀ, ਸੁਸਤੀ, ਔਰ ਕਈ ਵਾਰੀ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਮੇਰਾ ਜਿਹੜਾ ਜੀਣ ਦਾ ਮਕਸਦ ਹੀ ਕੋਈ ਨਹੀਂ, ਸਾਰੀ ਉਮਰ ਮੈਨੂੰ ਗੋਲੀ ਖਾਣੀ ਪਊਗੀ। ਦਿਨੋਂ ਦਿਨ ਥਾਇਰਾਇਡ ਦਾ ਜਿਹੜਾ ਪੇਸ਼ੈਂਟ ਹੈ ਉਹ ਕਮਜ਼ੋਰ ਹੁੰਦਾ ਜਾਂਦਾ, ਹੋਰ ਕਈ ਬਿਮਾਰੀਆਂ ਲੱਗਦੀਆਂ ਜਾਂਦੀਆਂ। ਇੱਥੇ ਮੈਂ ਥਾਇਰਾਇਡ ਦੇ ਪੇਸ਼ੈਂਟ ਨੂੰ ਕਹੂੰਗਾ ਕਿ ਨਿਰਾਸ਼ ਨਾ ਹੋਵੋ, ਬਿਲਕੁਲ ਕੋਈ ਚਿੰਤਾ ਵਾਲੀ ਗੱਲ ਨਹੀਂ। ਜਿਹੜੀਆਂ ਆਯੁਰਵੈਦਿਕ ਹਰਬਸ ਨੇ, ਭਸਮਾਂ ਨੇ, ਮੈਡੀਸਨਸ ਨੇ, ਉਹਨਾਂ ਦੇ ਵਿੱਚ ਇੰਨੀ ਕੁ ਤਾਕਤ ਹੈ, ਇੰਨੀ ਕੁ क्षमता ਉਹਦੇ ਵਿੱਚ ਕਿ ਉਹ ਇਹ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੈ। ਨਿਰੋਗ ਕਾਇਆ ਸੈਂਟਰ ਵਿੱਚ ਥਾਇਰਾਇਡ ਦਾ ਜਿਹੜਾ ਇਲਾਜ ਹੈ, ਬਹੁਤ ਅੱਛਾ ਇਲਾਜ ਹੈ, ਔਰ ਮਰੀਜ਼ ਨੂੰ ਕੋਈ ਸਾਰੀ ਉਮਰ ਗੋਲੀ ਨਹੀਂ ਖਾਣੀ ਪੈਂਦੀ। ਬਹੁਤ ਜ਼ਿਆਦਾ ਸਮੱਸਿਆ ਹੈ, ਇਹ ਗੋਲੀ ਲੱਗ ਜਾਂਦੀ ਹੈ। ਠੀਕ ਹੈ ਗੱਲ, ਬਿਲਕੁਲ ਨਹੀਂ ਗੋਲੀ ਖਾਣੀ ਪਊਗੀ। ਔਰ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਠੀਕ ਹੋ ਕੇ ਆਮ ਜ਼ਿੰਦਗੀ ਬਤੀਤ ਕਰ ਰਹੇ। ਤੇ ਡਾਕਟਰ ਸਾਹਿਬ, ਇੱਕ ਗੁਰਦੇ ਤੇ ਪਿੱਤੇ ਦੀ ਪੱਥਰੀ, ਕਿਉਂਕਿ ਗੁਰਦੇ ਦੀ ਤਾਂ ਕਹਿੰਦੇ ਨਿਕਲ ਜਾਂਦੀ ਹੈ, ਪਿੱਤੇ ਦੀ ਤਾਂ ਪਿੱਤਾ ਹੀ ਰਿਮੂਵ ਕਰਨਾ ਪੈਂਦਾ। ਬਹੁਤ ਇਦਾਂ ਦੀਆਂ ਚੀਜ਼ਾਂ ਨੇ, ਅਸੀਂ ਆਮ ਤੌਰ ਤੇ ਦੇਖਦੇ ਵੀ ਇਹ ਚੀਜ਼ਾਂ। ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ। ਜਿੱਥੋਂ ਤੱਕ ਪਿੱਤੇ ਦੀ ਪੱਥਰੀ ਦੀ ਗੱਲ ਹੈ, ਤੁਸੀਂ ਗੱਲ ਠੀਕ ਕਹਿ ਰਹੇ ਹੋ, ਪਰ ਅਸੀਂ ਇਹ ਤੇ ਇੱਕ ਬਹੁਤ ਅੱਛੀ ਮੈਡੀਸਨ ਬਣਾਈ ਹੈ, ਬਹੁਤ ਰਿਸਰਚ ਕਰਨ ਤੋਂ ਬਾਅਦ। ਹਰਬਸ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਰਿਹਾ ਨਾ, ਬਹੁਤ ਕੁਝ ਹੈ। ਅਸੀਂ ਉਹ ਜਿਹੜੀ ਮੈਡੀਸਨ ਬਣਾਈ ਹੈ, ਉਹਦੇ ਵਿੱਚ ਮੈਂ ਇਹ ਭਰੋਸੇ ਨਾਲ ਕਹਿ ਸਕਦਾ, ਵਿਸ਼ਵਾਸ ਨਾਲ ਕਹਿ ਸਕਦਾ ਕਿ 80% ਜਿਹੜੇ ਪੇਸ਼ੈਂਟ ਸੀ, ਪਿੱਤੇ ਦੀ ਜਿਹੜੀ ਗਾਲ ਬਲੈਡਰ ਦੀ ਸਟੋਨ ਹੈ ਉਹ ਰਿਮੂਵ ਹੋ ਜਾਂਦੀ ਹੈ, ਬਿਲਕੁਲ ਠੀਕ ਹੋ ਜਾਂਦੀ ਹੈ। ਆਪਰੇਸ਼ਨ ਦਾ ਆਖਰੀ ਹਥਿਆਰ ਹੈ, ਜਦੋਂ ਮਰਜ਼ੀ ਕਰਾ ਲਓ। ਉਸ ਮੈਂ
ਇੱਥੇ ਪੇਸ਼ੈਂਟਸ ਨੂੰ ਹੋਰ ਵੀ ਕਹਿਣਾ ਚਾਹਾਂਗਾ ਕਿ ਸਰਜਰੀ ਕਰਾਉਣ ਤੋਂ ਬਾਅਦ ਕਈ ਪ੍ਰੋਬਲਮ ਜਿਹੜੀਆਂ ਹੋਰ ਹੋ ਜਾਂਦੀਆਂ, ਸਰਜਰੀ ਕਰਵਾਉਣ ਤੋਂ ਪਹਿਲਾਂ ਤੁਸੀਂ 10 ਵਾਰੀ ਸੋਚੋ। ਠੀਕ ਹੈ, ਮਤਲਬ ਇਹ ਇੱਕ ਬਹੁਤ ਮੈਨੂੰ ਲੱਗਦਾ ਕਿ ਵਧੀਆ ਚੀਜ਼ ਡਾਕਟਰ ਸਾਹਿਬ ਨੇ ਦੱਸੀ ਹੈ ਕਿ ਸਰਜਰੀ ਤਾਂ ਜਿਹੜਾ ਆਖਰੀ ਇਲਾਜ ਹੈਗਾ ਹੀ ਹੈ, ਪਰ ਤੁਸੀਂ ਇੱਕ ਵਾਰ ਜਿਹੜਾ ਜ਼ਰੂਰ ਡਾਕਟਰ ਸਾਹਿਬ ਨੂੰ ਮਿਲ ਕੇ ਇਹਨਾਂ ਚੀਜ਼ਾਂ ਦੇ ਬਾਰੇ ਪੁੱਛ ਸਕਦੇ ਹੋ ਤੇ ਸ਼ਾਇਦ ਤੁਹਾਨੂੰ ਇਹਦਾ ਲਾਭ ਹੋ ਜਾਵੇ। ਮੈਨੂੰ ਲੱਗਦਾ ਸ਼ਾਇਦ ਨਹੀਂ, ਪੱਕਾ ਹੀ ਲਾਭ ਹੋਊਗਾ, ਜਿਸ ਤਰ੍ਹਾਂ ਦੇ ਜਿਹੜੀ ਤੁਹਾਡੀ ਇੱਕ ਹਿਸਟਰੀ ਹੈਗੀ ਹੈ ਤੁਹਾਡੇ ਕਲੀਨਿਕ ਦੀ। ਦੇਖੋ, ਸਾਡੇ ਕੋਲ ਪੇਸ਼ੈਂਟ ਆਵੇ, ਅਸੀਂ ਹਿਸਟਰੀ ਲਵਾਂਗੇ ਔਰ ਉਹਨੂੰ ਪ੍ਰੋਪਰ ਗਾਈਡ ਕਰਾਂਗੇ। ਤੁਸੀਂ ਗੁਰਦੇ ਦੀ ਪੱਥਰੀ ਦੀ ਵੀ ਗੱਲ ਕੀਤੀ ਹੈ, ਸਾਡੇ ਕੋਲ 50 mm ਤੇ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਸੀ, ਉਹ ਗੁਰਦੇ ਦੀ ਪੱਥਰੀ ਕਲੀਅਰ ਹੋਈ ਹੈ। ਔਰ ਇਹ ਪੱਥਰੀ ਦੇ ਪੇਸ਼ੈਂਟ ਬੜੇ ਪਰੇਸ਼ਾਨ ਹੁੰਦੇ ਨੇ, ਬੜੀ ਪ੍ਰੋਬਲਮ ਉਹਨਾਂ ਨੂੰ ਹੁੰਦੀ ਹੈ, ਯੂਰਿਨ ਪਾਸ ਕਰਨ ਲੱਗੇ ਪੇਨ ਹੁੰਦੀ ਹੈ, ਯੂਰਿਨ ਪਾਸ ਨਹੀਂ ਕਰ ਸਕਦੇ, ਦਰਦ ਹੁੰਦੀ ਹੈ, ਜਲਨ ਹੁੰਦੀ ਹੈ, ਬਿਲਕੁਲ ਠੀਕ ਹੋ ਜਾਂਦੇ ਨੇ, ਕੋਈ ਸਰਜਰੀ ਦੀ ਲੋੜ ਨਹੀਂ। ਤੇ ਇੱਕ ਡਾਕਟਰ ਸਾਹਿਬ, ਖਾਣ ਪਾਣ ਦੇ ਕਰਕੇ ਖਾਸ ਤੌਰ ਤੇ ਬਾਜ਼ਾਰੀ ਚੀਜ਼ਾਂ, ਜੰਕ ਫੂਡ ਕਰਕੇ ਪਾਈਲਸ ਦੀ, ਜਿਹਨੂੰ ਆਪਾਂ ਬਵਾਸੀਰ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਹੈ, ਬਹੁਤ ਜ਼ਿਆਦਾ ਲੋਕ ਇਸ ਤੋਂ ਗ੍ਰਸਤ ਹੁੰਦੇ ਨੇ। ਵੈਸੇ ਤਾਂ ਤੁਸੀਂ ਇਸ ਬਿਮਾਰੀ ਲਈ ਗੱਲ ਕਰ ਰਹੇ ਹੋ, ਮੈਂ ਤਾਂ ਇਹ ਵੀ ਗੱਲ ਕਹਾਂਗੀ ਕਿ ਖਾਣ ਪਾਣ ਲਾਈਫ ਸਟਾਈਲ ਦਾ ਸਰੀਰ ਨਾਲ ਬਹੁਤ ਵੱਡਾ ਗਹਿਰਾ ਸੰਬੰਧ ਹੈ। ਔਰ ਜਿਹੜੀਆਂ ਡਿਜ਼ੀਜ਼ ਪੈਦਾ ਹੁੰਦੀਆਂ, ਬਿਮਾਰੀਆਂ ਪੈਦਾ ਹੁੰਦੀਆਂ ਇਹਦੇ ਕਾਰਨ ਹੈ। ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਪਾਈਲਸ ਹੈ, ਖੂਨੀ ਤੇ ਬਾਦੀ, ਖੂਨੀ ਜਿਹੜੀ ਹੁੰਦੀ ਹੈ ਇਹਦੇ ਵਿੱਚ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ। ਔਰ ਕਈ ਵਾਰੀ ਪੇਸ਼ੈਂਟ ਦਾ HB ਇੰਨਾ ਘੱਟ ਜਾਂਦਾ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ, ਉਹ ਚੱਕਰ ਖਾ ਕੇ ਵੀ ਡਿੱਗ ਪੈਂਦਾ। ਜਿਹੜੀ ਬਾਦੀ ਹੈ ਇਹਦੇ ਵਿੱਚ ਜਿਹੜਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ, ਮੱਸੇ ਬਣ ਜਾਂਦੇ ਹੈ, ਭਾਰ ਪੈਂਦਾ ਰਹਿੰਦਾ, ਜਲਨ ਹੁੰਦੀ ਹੈ, ਹਰ ਵੇਲੇ ਜਿਵੇਂ ਸੂਈ ਕੰਡੇ ਚੁਭਦੇ ਰਹਿੰਦੇ, ਇਸ ਤਰ੍ਹਾਂ ਹੁੰਦਾ ਹੈ। ਪੇਸ਼ੈਂਟ ਬਹੁਤ ਔਖਾ ਹੋ ਜਾਂਦਾ, ਫਿਸ਼ਰਸ ਬਣ ਜਾਂਦੇ ਨੇ। ਪਰ ਇਹਦਾ ਮੇਨ ਕਾਰਨ ਜਿਹੜਾ ਨਾ, ਉਹ ਕੌਂਸਟੀਪੇਸ਼ਨ ਹੈ, ਪੇਟ ਨਾਲ ਸੰਬੰਧ ਰੱਖਦੀਆਂ। ਉਹਦੇ ਵਿੱਚ ਲੋਕ 2-2 ਵਾਰੀ ਸਰਜਰੀ, 3-3 ਵਾਰੀ ਸਰਜਰੀ ਕਰਵਾ ਲੈਂਦੇ ਆ, ਉਸ ਤੋਂ ਬਾਅਦ ਵੀ ਜਿਹੜੀ ਹੈ ਬਿਮਾਰੀ ਜੜ ਤੋਂ ਖਤਮ ਨਹੀਂ ਹੁੰਦੀ। ਪਰ ਸਾਡੇ ਨਿਰੋਕਾਇਆ ਸੈਂਟਰ ਵਿੱਚ ਜਿਹੜੀ ਆਯੁਰਵੈਦਿਕ ਹਰਬਸ ਮੈਡੀਸਨ ਹੈ, ਥੋੜ੍ਹੇ ਦਿਨਾਂ 'ਚ ਹੀ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ ਔਰ ਕੋਈ ਆਪਰੇਸ਼ਨ ਦੀ ਲੋੜ ਨਹੀਂ। ਜਿਹੜੇ ਪੇਸ਼ੈਂਟ ਆਪਰੇਸ਼ਨ ਕਰਵਾ ਚੁੱਕੇ ਆ, ਸਰਜਰੀ ਕਰਵਾ ਚੁੱਕੇ ਆ, ਉਹ ਵੀ ਸਾਡੇ ਕੋਲ ਆਉਂਦੇ ਔਰ ਠੀਕ ਹੋ ਕੇ ਗਏ ਨੇ। ਜਿਨ੍ਹਾਂ ਨੂੰ ਹਲੇ ਪ੍ਰੋਬਲਮ ਹੈ, ਮੈਂ ਉਹਨਾਂ ਨੂੰ ਵੀ ਇਹ ਪੇਸ਼ੈਂਟਸ ਨੂੰ ਕਹੂੰਗਾ, ਤੁਸੀਂ ਬਿਲਕੁਲ ਸਰਜਰੀ ਕਰਵਾਓ ਨਾ, ਸਾਡੇ ਕੋਲ ਆਓ, ਬਿਲਕੁਲ ਠੀਕ ਹੋ ਜਾਵੇ। ਬਿਲਕੁਲ 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 ਹੈਗਾ ਜੀ। ਔਰ ਮੈਂ ਤਾਂ ਇਹ ਗੱਲ ਕਹੂੰ, ਤੁਸੀਂ ਸਰਜਰੀ ਨਾਲ ਇਹਦਾ ਕੋਈ ਹੱਲ ਨਹੀਂ ਹੈਗਾ। ਮੈਂ ਤੁਹਾਨੂੰ ਦੱਸ ਰਿਹਾ, 2-2 ਵਾਰੀ ਸਰਜਰੀ ਕਰਵਾਉਣ ਤੋਂ ਬਾਅਦ ਵੀ ਪੇਸ਼ੈਂਟਸ ਨੂੰ ਇਹ ਪ੍ਰੋਬਲਮ ਰਹਿੰਦੀ ਹੈ। ਡਾਕਟਰ ਸਾਹਿਬ, ਇੱਕ ਚਮੜੀ ਦੇ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਰੋਗ ਹੈਗੇ ਨੇ, ਔਰ ਜਿਹੜੀਆਂ ਦਵਾਈਆਂ ਨੇ ਖਾਸ ਤੌਰ ਤੇ ਜਿਹੜੀਆਂ ਸਕਿਨ ਦੀਆਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਆਮ ਤੌਰ ਤੇ। ਬਹੁਤ ਜ਼ਿਆਦਾ ਲੋਕਾਂ ਨੂੰ ਅੱਜ ਕੱਲ੍ਹ ਆਪਣਾ ਖਿਆਲ ਵੀ ਬਹੁਤ ਹੈ, ਮਾਰਕੀਟ ਦੇ ਪ੍ਰੋਡਕਟ ਵੀ ਕਈ ਤਰ੍ਹਾਂ ਦੇ ਆਉਂਦੇ ਨੇ, ਤੇ ਖਾਸ ਤੌਰ ਤੇ ਉਹ ਸਕਿਨ ਦੀ ਗੱਲ ਆਉਂਦੀ ਹੈ ਤਾਂ ਆਯੁਰਵੇਦ ਨੂੰ ਬਹੁਤ ਜ਼ਿਆਦਾ ਜੋੜਿਆ ਜਾਂਦਾ ਹੈ। ਚਾਹੇ ਉਹ ਮੁਲਤਾਨੀ ਮਿੱਟੀ ਦੀ ਗੱਲ ਹੋਵੇ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ, ਬੇਸਿਕ ਚੀਜ਼ਾਂ ਨੇ, ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ। ਇਲਾਜ ਵੀ ਦੱਸੋ ਇਹਦੇ ਬਾਰੇ ਕਿ ਕਿੱਦਾਂ ਇਹਦਾ ਕਰਦੇ ਹੋ, ਸਕਿਨ ਨਾਲ ਜੁੜੇ ਹੋਏ ਜਿਹੜੇ ਰੋਗ ਨੇ। ਤਾਂ ਇਸ ਤੋਂ ਇਲਾਵਾ ਹੋਰ ਜਿਹੜਾ ਚਮੜੀ ਦੀ ਸਾਂਭ ਸੰਭਾਲ ਦੇ ਲਈ ਵੀ ਕਿਹੜੇ ਆਯੁਰਵੈਦ ਦੇ ਵਿੱਚ ਚੀਜ਼ਾਂ ਨੇ? ਦੇਖੋ, ਜਿੱਥੋਂ ਤੱਕ ਤੁਸੀਂ ਚਮੜੀ ਰੋਗ ਦੀ ਗੱਲ ਕੀਤੀ ਹੈ, ਜਿੱਥੋਂ ਤੱਕ ਸਕਿਨ ਦੀ ਗੱਲ ਹੈ, ਆਪਣੇ ਚਿਹਰੇ ਨਾਲ ਸੰਬੰਧ ਦੀ ਪਹਿਲਾਂ ਗੱਲ ਕਰਾਂਗਾ ਮੈਂ ਤੁਹਾਨੂੰ। ਦੇਖੋ, ਅਸੀਂ ਜਿਹੜੇ ਲੋਕ ਹੈ, ਜਿਹੜੇ ਕਾਸਮੈਟਿਕ ਲੋਕ ਯੂਜ਼ ਕਰਦੇ ਨੇ, ਲੇਡੀਜ਼ ਖਾਸ ਕਰਕੇ, ਉਹ ਜ਼ਿਆਦਾ ਕਈ ਬਾਹਰਲੇ ਕਾਸਮੈਟਿਕਸ ਨੂੰ ਯੂਜ਼ ਕਰਦੇ ਆ, ਉਹ ਨਹੀਂ ਯੂਜ਼ ਕਰਨਾ ਚਾਹੀਦਾ। ਉਹ ਜਿਹੜੀ ਜਿਸ ਕੰਟਰੀ ਵਿੱਚ ਬਣੇ ਆ, ਉਹਨਾਂ ਨੇ ਆਪਣੇ ਲੋਕਾਂ ਦੇ ਆਪਣੇ ਟੈਂਪਰੇਚਰ ਮੁਤਾਬਕ ਬਣਾਏ ਹੁੰਦੇ ਆ। ਜਦੋਂ ਅਸੀਂ, ਸਾਡੀ ਕੰਟਰੀ ਜਿਹੜੀ ਹੈ, ਇੱਥੇ ਗਰਮੀ ਜ਼ਿਆਦਾ, ਅਸੀਂ ਉਹਨਾਂ ਦੇ ਪ੍ਰੋਡਕਟ ਯੂਜ਼ ਕਰਦੇ ਹਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਹਦੇ ਵਿੱਚ ਵੀ। ਔਰ ਸਾਡੇ ਨਿਰੋਕਾਇਆ ਸੈਂਟਰ ਵਿੱਚ ਜਿਹੜਾ ਚਮੜੀ ਦੇ ਰੋਗ ਨੇ, ਚਾਹੇ ਉਹ ਚਿਹਰੇ ਦੀ ਪ੍ਰੋਬਲਮ ਹੈ, ਚਾਹੇ ਕਿੱਲਾਂ ਦੀ ਪ੍ਰੋਬਲਮ ਹੈ, ਛਾਈਆਂ ਦੀ ਪ੍ਰੋਬਲਮ ਹੈ, ਉਹ ਬਿਲਕੁਲ ਠੀਕ ਹੋ ਜਾਂਦੇ ਨੇ। ਈਵਨ ਸੋਰਾਇਸਿਸ ਦੀ ਗੱਲ ਕਰੀਏ, ਸੋਰਾਇਸਿਸ ਇੱਕ ਐਸੀ ਨਾਮਰਾਦ ਬਿਮਾਰੀ ਹੈ ਜਿਹਦੇ ਨਾਲ ਪੇਸ਼ੈਂਟ ਇੰਨਾ ਪਰੇਸ਼ਾਨ ਹੋ ਜਾਂਦਾ ਹੈ, ਉਹਦੇ ਨਾਲ ਪਹਿਲਾਂ ਤਾਂ ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਮੈਨੂੰ ਕੋਈ ਚਮੜੀ ਰੋਗ ਹੈ, ਜਿਹਨੂੰ ਕਹਿ ਲਓ ਇੱਕ ਕਿਸਮ ਦਾ ਕੋਹੜ ਦੀ ਬਿਮਾਰੀ ਹੈ। ਉਹਦੇ ਵਿੱਚ ਇਮਿਊਨ ਸਿਸਟਮ ਜਿਹੜਾ ਨਾ, ਉਹ ਵੀਕ ਹੋ ਜਾਂਦਾ ਹੈ। ਔਰ ਪਹਿਲਾਂ ਪੇਸ਼ੈਂਟ ਕੀ ਹੈ ਕਿ ਸਿਰ ਦੇ ਵਿੱਚ ਸਮਝਦਾ ਕਿ ਡੈਂਡਰਫ ਹੈ, ਸਿਕਰੀ ਹੈ, ਉਹ ਸਿਕਰੀ ਨਹੀਂ ਹੁੰਦੀ। ਉਹ ਹੌਲੀ ਹੌਲੀ ਕੀ ਹੈ, ਤੁਹਾਡੇ ਕੰਨਾਂ ਦੇ ਪਿੱਛੇ ਜੋੜਾਂ ਤੇ ਇਫੈਕਟ ਕਰਦੀ ਹੈ। ਉਹ ਕੀ ਕਰਦੀ ਹੈ, ਉੱਥੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਹੈ, ਈਚਿੰਗ ਹੁੰਦੀ ਹੈ, ਖਾਰਿਸ਼ ਹੁੰਦੀ ਹੈ, ਜਲਨ ਹੁੰਦੀ ਹੈ। ਈਵਨ ਜਦੋਂ ਪੇਸ਼ੈਂਟ ਥੋੜ੍ਹਾ ਜਿਹਾ ਬਾਹਰ ਜਾਂਦਾ ਹੈ, ਧੁੱਪੇ ਜਾਂਦਾ ਹੈ, ਤਾਂ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਔਰ ਈਵਨ ਜਦੋਂ ਸੀਜ਼ਨ ਚੇਂਜ ਹੁੰਦਾ ਹੈ, ਗਰਮੀ ਆਉਂਦੀ ਹੈ, ਸਰਦੀ ਆਉਂਦੀ ਹੈ, ਉਦੋਂ ਇਹ ਬਿਮਾਰੀ ਬਹੁਤ ਵੱਧ ਜਾਂਦੀ ਹੈ। ਔਰ ਜਦੋਂ ਕਈ ਵਾਰੀ ਪੇਸ਼ੈਂਟਸ ਦੇ ਫੇਸ ਤੇ ਪ੍ਰੋਬਲਮ ਆ ਜਾਂਦੀ ਹੈ, ਤਾਂ ਉਹ ਪੇਸ਼ੈਂਟ ਘਰੋਂ ਨਿਕਲਣ 'ਚ ਵੀ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦਾ ਹੈ। ਔਰ ਇਹ ਬਿਮਾਰੀ ਵਾਕਈ ਬਹੁਤ ਚੀੜੀ ਹੈ, ਇਹ ਕੋਈ ਸ਼ੱਕ ਨਹੀਂ ਹੈਗਾ। ਪਰ ਮੈਂ ਦੱਸਣਾ ਚਾਹੂੰਗਾ ਕਿ ਇਹਦਾ ਇਲਾਜ ਡਾਕਟਰ ਸਾਹਿਬ ਲੰਬਾ ਚੱਲਦਾ। ਦੇਖੋ, ਹਰ ਗੱਲ ਜਿਹੜੀ ਹੈ ਪੇਸ਼ੈਂਟ ਦੀ ਹਿਸਟਰੀ ਨਾਲ ਤਲਕ ਹੈ। ਠੀਕ ਹੈ, ਇੱਕੋ ਪਰਸਨ ਟੂ ਪਰਸਨ ਵੇਰੀ ਕਰਦਾ। ਯੈਸ, ਇੱਕ ਪੇਸ਼ੈਂਟ ਹੈ, ਉਹਨੂੰ ਬਿਮਾਰੀ ਹੁਣੇ ਸ਼ੁਰੂ ਹੋਈ ਹੈ ਤੇ ਉਹ ਜਲਦੀ ਠੀਕ ਹੋ ਸਕਦਾ ਹੈ। ਇੱਕ ਪੇਸ਼ੈਂਟ ਨੂੰ ਬਹੁਤ ਕ੍ਰੋਨਿਕ ਹੈ, 10 ਸਾਲ ਤੋਂ ਹੈ, ਤੇ ਉਸ ਹਿਸਾਬ ਨਾਲ ਉਹਨੂੰ ਟਾਈਮ ਵੀ ਲੱਗ ਸਕਦਾ। ਠੀਕ ਹੈ। ਡਾਕਟਰ ਸਾਹਿਬ, ਇੱਕ ਚੀਜ਼ ਇਹ ਵੀ ਦੱਸੋ,
ਲਿਵਰ ਨਾਲ ਜੁੜੇ ਰੋਗ ਬਹੁਤ ਨੇ। ਫੈਟੀ ਲਿਵਰ ਇੱਕ ਤਾਂ ਆਮ ਪ੍ਰਚਲਿਤ ਹੋ ਗਿਆ ਕਿ ਲਿਵਰ ਫੈਟੀ ਇਹ ਵੀ ਖਾਣ ਪਾਣ ਦੇ ਜਿਹੜੇ ਡਿਸਆਰਡਰ ਨੇ ਉਹਦੇ ਕਰਕੇ ਹੁੰਦਾ। ਲਿਵਰ ਨਾਲ ਜੁੜੇ ਰੋਗਾਂ ਬਾਰੇ ਵੀ ਜ਼ਰੂਰ ਦੱਸੋ, ਕਿਉਂਕਿ ਇਹ ਜਦੋਂ ਅੱਗੇ ਦੀ ਅੱਗੇ ਵੱਧਦੇ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਡੈਮੇਜ ਕਰਦੇ ਨੇ ਲਿਵਰ ਨੂੰ। ਦੇਖੋ, ਜਿਹੜਾ ਸਿਰੋਸਿਸ ਹੈ, ਲਿਵਰ ਸੁੰਗੜ ਜਾਣਾ ਜਿਹਨੂੰ ਕਹਿੰਦੇ ਆ, ਫੈਟੀ ਲਿਵਰ ਹੈ, ਪੀਲੀਆ ਹੈ, ਮੈਦਾ, ਜਿਗਰ ਦੀਆਂ ਬਿਮਾਰੀਆਂ, ਇਹ ਵਾਕਈ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਰਦੀਆਂ, ਕਿਉਂਕਿ ਲਿਵਰ ਨੇ ਹੀ ਸਾਰਾ ਕੁਝ ਬਣਾਉਣਾ ਹੈ, ਰਸ ਬਣਨਾ ਹੈ, ਰਕਤ ਮਾਸ ਮज्जा ਸਭ ਇਹਦੇ ਨਾਲ ਬਣਨਾ ਹੈ। ਔਰ ਜੇ ਇਹ ਲਿਵਰ ਖਰਾਬ ਹੋ ਜਾਂਦਾ ਤੇ ਸਮਝ ਲਓ ਜੀਵਨ ਜਿਹੜਾ ਉਹ ਬਿਲਕੁਲ ਖਤਮ ਵਾਲੀ ਗੱਲ ਹੋ ਜਾਂਦੀ ਹੈ। ਪਰ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ, ਆਯੁਰਵੈਦਿਕ ਹਰਬਲ ਟ੍ਰੀਟਮੈਂਟ ਜਿਹੜਾ ਸਾਡਾ, ਇਹਦੇ ਵਿੱਚ ਸਾਡਾ ਇੱਕ ਸਿਰਪ ਹੈ ਔਰ ਨਾਲ ਖਾਣ ਨੂੰ ਮੈਡੀਸਨ ਹੈ, ਇੰਨੀ ਸਕਸੈਸਫੁਲ ਹੈ ਦੂਸਰੀਆਂ ਪੈਥੀਆਂ ਦੇ ਕੰਪੈਰੀਜ਼ਨ। ਸਾਡਾ ਜਿਹੜਾ ਆਯੁਰਵੈਦਿਕ ਹਰਬਲ ਸਕਸੈਸਫੁਲ ਰੇਟ ਹੈ ਉਹ ਬਹੁਤ ਜ਼ਿਆਦਾ ਹੈ ਔਰ ਬਹੁਤ ਅੱਛਾ ਰਿਜ਼ਲਟ ਮਿਲਿਆ। ਔਰ ਇੱਥੇ ਮੈਂ ਜਿਹੜੇ ਫੈਟੀ ਲਿਵਰ ਹੈ ਉਹਨਾਂ ਨੂੰ ਗੱਲ ਕਹੂੰਗਾ, ਉਹਨੂੰ ਪਲੀਜ਼ ਲਾਈਟਲੀ ਨਾ ਲਿਆ ਕਰੋ। ਉਹਨੂੰ ਤੁਸੀਂ ਪਹਿਲਾਂ ਹੀ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਲੱਗਦੀ ਹੈ, ਉਹਦਾ ਕਾਰਨ ਹੈ, ਦੇਖੋ ਲੋਕ ਡਰੱਗਸ ਯੂਜ਼ ਕਰਦੇ ਨੇ, ਨਸ਼ਾ ਯੂਜ਼ ਕਰਦੇ ਨੇ, ਚਾਈਨੀਜ਼ ਫੂਡ ਜ਼ਿਆਦਾ, ਜੰਕ ਫੂਡ ਯੂਜ਼ ਕਰਦੇ ਨੇ। ਔਰ ਮੈਂ ਇੱਕ ਇੱਥੇ ਵੀ ਗੱਲ ਕਹੂੰਗਾ, ਛੋਟੀ ਛੋਟੀ ਬਿਮਾਰੀ ਲਈ ਪੇਨ ਕਿਲਰ ਲੈ ਲਈ ਜਾਂ ਹੋਰ ਮੈਡੀਸਿਨਸ ਲੈ ਲਈਆਂ, ਉਹ ਬਹੁਤ ਜ਼ਿਆਦਾ ਇਹ 'ਤੇ ਸਾਈਡ ਇਫੈਕਟ ਹੈ ਲਿਵਰ 'ਤੇ ਕਰਦੀਆਂ ਨੇ ਬਹੁਤ ਜ਼ਿਆਦਾ। ਡਾਕਟਰ ਸਾਹਿਬ, ਇੱਕ ਚੀਜ਼ ਇਹ ਵੀ ਦੱਸੋ ਕਿ ਮੌਜੂਦਾ ਸਮੇਂ ਦੇ ਵਿੱਚ ਜੋੜਾਂ ਦਾ ਦਰਦ ਦੀ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ। ਮਤਲਬ ਹਰ ਦੂਜਾ ਬੰਦਾ, ਖਾਸ ਤੌਰ 'ਤੇ 40+ ਕਹਿ ਲਈਏ ਆਪਾਂ, 50+ ਕਹਿ ਲਈਏ, ਹੁਣ ਤਾਂ ਯੰਗ ਏਜ ਦੇ ਵਿੱਚ ਵੀ ਜਿਹੜਾ ਜੋੜਾਂ ਦੇ ਦਰਦ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ, ਅਤੇ ਉਹਦਾ ਵੀ ਡਾਕਟਰ ਸਿੱਧਾ ਹੀ ਕਹਿ ਦਿੰਦੇ ਨੇ ਕਿ ਤੁਹਾਡੇ ਜੀ ਗੋਡੇ ਬਦਲਣੇ ਪੈਣੇ ਨੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਇਹਦੇ ਵਿੱਚ ਕੀ ਹੁੰਦਾ ਹੈ ਕਿ ਗਾਊਟ ਔਰ ਆਰੇ, ਪਿਊਰਿਨ ਪ੍ਰੋਟੀਨ ਜਿਹੜਾ ਹੈ ਜਦੋਂ ਵਿਕਰਿਤ ਹੋ ਜਾਂਦਾ ਹੈ, ਅਬਨੋਰਮਲ ਹੋ ਜਾਂਦਾ ਹੈ, ਉਦੋਂ ਇਹ ਪ੍ਰੋਬਲਮ ਆਉਂਦੀ ਹੈ। ਔਰ ਜਿਹੜਾ ਯੂਰਿਕ ਐਸਿਡ ਹੈ ਜਦੋਂ ਬਲੱਡ ਦੇ ਵਿੱਚ, ਖੂਨ ਦੇ ਵਿੱਚ ਵੱਧ ਜਾਂਦਾ ਹੈ, ਉਹ ਜੋੜਾਂ ਦੇ ਵਿੱਚ ਇਕੱਠਾ ਹੋ ਜਾਂਦਾ ਹੈ, ਉਦੋਂ ਇਹ ਪ੍ਰੋਬਲਮ ਆਉਂਦੀ ਹੈ। ਹੁੰਦਾ ਕੀ ਹੈ, ਚੱਲਣ ਫਿਰਨ 'ਚ ਦਿੱਕਤ ਆਉਂਦੀ ਹੈ, ਉੱਠਣ ਬੈਠਣ 'ਚ ਦਿੱਕਤ ਆਉਂਦੀ ਹੈ, ਕੰਮ ਕਰਨ 'ਚ ਦਿੱਕਤ ਆਉਂਦੀ ਹੈ। ਔਰ ਥੋੜ੍ਹਾ ਜਿਹਾ ਜੇ ਪੇਸ਼ੈਂਟ ਬੈਠ ਜੇ ਤੇ ਉਹਨੂੰ ਫਿਰ ਉੱਠਣ 'ਚ ਵੀ ਬਹੁਤ ਦਿੱਕਤ ਆਉਂਦੀ ਹੈ। ਔਰ ਇੱਥੋਂ ਤੱਕ ਕਿ ਜਦੋਂ ਉਹ ਕਿਤੇ ਮੌਸਮ ਚੇਂਜ ਹੁੰਦਾ ਹੈ, ਸਰਦੀ ਦਾ ਮੌਸਮ ਆਉਂਦਾ ਹੈ ਜਾਂ ਉਹ ਏਸੀ 'ਚ ਬਹਿ ਜਾਂਦਾ ਤਾਂ ਉਹਨੂੰ ਜੋੜਾਂ 'ਤੇ ਬਹੁਤ ਜ਼ਿਆਦਾ ਇਫੈਕਟ ਹੁੰਦਾ ਹੈ। ਜੋੜਾਂ ਦੇ ਵਿੱਚ ਜਕੜਨ ਪੈਦਾ ਹੋ ਜਾਂਦੀ ਹੈ, ਸਵਾਇਲਿੰਗ ਹੋ ਜਾਂਦੀ ਹੈ, ਸੋਜਿਸ਼ ਆ ਜਾਂਦੀ ਹੈ। ਔਰ ਉਹਦੇ ਨਾਲ ਜਿਹੜਾ ਮੈਂ ਕਈ ਲੇਡੀਜ਼ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ, ਉਹ ਕਹਿੰਦੇ ਆ ਜੀ ਮਤਲਬ ਜਦੋਂ ਆਟਾ ਗੁੰਨਦੇ ਆ ਜਾਂ ਕੱਪੜੇ ਨਿਚੋੜਦੇ ਆ, ਨਿਚੋੜੇ ਨਹੀਂ ਜਾਂਦੇ, ਜੋੜਾਂ 'ਤੇ ਬਹੁਤ ਜ਼ਿਆਦਾ ਅਸਰ ਹੈ। ਪਰ ਮੈਂ ਕਹੂੰਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ। ਮਤਲਬ ਜਿਨ੍ਹਾਂ ਦੇ ਗੋਡੇ ਜ਼ਿਆਦਾ ਦੁਖਦੇ ਨੇ ਤੇ ਉਹ ਵੀ ਇੱਕ ਵਾਰ ਡਾਕਟਰ ਕੋਛੜ ਨੂੰ ਜ਼ਰੂਰ ਮਿਲ ਲੈਣ ਕੋਈ ਆਪਰੇਸ਼ਨ ਵਗੈਰਾ ਕਰਾਉਣ ਤੋਂ ਪਹਿਲਾਂ। ਬਿਲਕੁਲ ਮਿਲਣ। ਔਰ ਜੇ ਸਾਡੇ ਕੋਲ ਪੇਸ਼ੈਂਟ ਆਉਂਦਾ ਸਹੀ ਟਾਈਮ 'ਤੇ ਆ ਜਾਂਦਾ ਹੈ ਤੇ ਬਹੁਤ ਅੱਛਾ ਹੱਲ ਹੈ। ਔਰ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਰ ਰਿਹਾ, ਸਰਜਰੀ ਕਰਵਾਉਣ ਤੋਂ ਪਹਿਲਾਂ ਬਹੁਤ ਵਾਰ ਸੋਚੋ। ਸਰਜਰੀ ਕਰਵਾਉਣ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਪੇਸ਼ੈਂਟਸ ਨੂੰ, ਇਸ ਕਰਕੇ ਸਾਡੇ ਕੋਲ ਆਉਣ। ਡਾਕਟਰ ਸਾਹਿਬ, ਇੱਕ ਰਸੌਲੀਆਂ ਦੀ ਬਹੁਤ ਦਿੱਕਤ ਹੁੰਦੀ ਹੈ ਖਾਸ ਤੌਰ ਤੇ ਔਰਤਾਂ ਦੇ ਵਿੱਚ, ਤੇ ਅੱਗੇ ਜਾ ਕੇ ਜੇਕਰ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਕੰਪਲਿਕੇਸ਼ਨਸ ਹੋਰ ਵੱਧ ਜਾਂਦੀਆਂ ਨੇ। ਜਿੱਥੋਂ ਤੱਕ ਤੁਸੀਂ ਰਸੌਲੀ ਦੀ ਗੱਲ ਕੀਤੀ ਹੈ, ਲੇਡੀਜ਼ ਦੇ ਯੂਟਰਸ ਦੇ ਵਿੱਚ, ਬੱਚੇਦਾਨੀ ਦੇ ਵਿੱਚ ਫਾਈਬਰਡ ਜਿਹੜੀਆਂ ਰਸੌਲੀਆਂ ਬਣ ਜਾਂਦੀਆਂ ਔਰ ਇਹਦੇ ਵਿੱਚ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ, ਹਾਰਮੋਨਸ ਡਿਸਟਰਬ ਹੋ ਜਾਂਦੇ ਨੇ। ਔਰ ਇਹ ਜਿਹੜੀ ਪ੍ਰੋਬਲਮ ਹੈ ਇਹ ਤਕਰੀਬਨ ਕੋਈ 40-45 ਸਾਲ ਦੀ ਜਦੋਂ ਲੇਡੀਜ਼ ਦੀ ਉਮਰ ਹੁੰਦੀ ਹੈ ਉਦੋਂ ਇਹ ਪ੍ਰੋਬਲਮ ਹੁੰਦੀ ਹੈ। ਔਰ ਇਸ ਤੋਂ ਇਲਾਵਾ PCOS, ਜਿਹੜੀਆਂ 25-30 ਸਾਲ ਦੇ ਬੱਚੇ ਹੈ, ਲੜਕੀਆਂ, ਉਹਨਾਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ। ਇਹਦੇ ਵਿੱਚ ਕੀ ਹੈ, ਅੰਡੇਦਾਨੀ ਦੇ ਵਿੱਚ ਕਈ ਸਿਸਟ ਬਣ ਜਾਂਦੀਆਂ ਔਰ ਉਹਦੇ ਵਿੱਚ ਹਾਰਮੋਨਸ ਡਿਸਟਰਬ ਹੋ ਜਾਂਦੇ ਨੇ, ਫੇਸ 'ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ, ਮੋਟਾਪਾ ਹੋ ਜਾਂਦਾ ਹੈ, ਇਸ ਤਰ੍ਹਾਂ ਦੀਆਂ ਕਈ ਹੋਰ ਬਿਮਾਰੀਆਂ ਹੋ ਜਾਂਦੀਆਂ। ਜੇ ਇਹ ਗੱਲ ਕਹਿ ਦਈਏ, ਇਹਦੇ ਨਾਲ ਬਾਂਝਪਨ ਦੀ ਪ੍ਰੋਬਲਮ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ। ਇੱਥੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਬਹੁਤ ਅੱਛਾ ਇਲਾਜ ਹੈ ਆਯੁਰਵੈਦਿਕ ਹਰਬਲ ਦਾ। ਔਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਜਦੋਂ ਕੋਈ ਰਸੌਲੀ ਕਿਸੇ ਨੂੰ ਲੱਗਦਾ ਹੈ, ਗੰਢ ਲੱਗਦੀ ਹੈ ਸਰੀਰ ਦੇ ਕਿਸੇ ਹਿੱਸੇ 'ਚ ਵੀ, ਬਿਲਕੁਲ ਲਾਈਟਲੀ ਨਾ ਲਓ, ਉਹਨੂੰ ਚੈੱਕ ਕਰਾਓ, ਉਹਦਾ ਟ੍ਰੀਟਮੈਂਟ ਲਓ, ਨਹੀਂ ਅੱਗੇ ਜਾ ਕੇ ਬਹੁਤ ਜ਼ਿਆਦਾ ਜਿਹੜੀ ਹੈ ਇਹ ਪ੍ਰੋਬਲਮ ਵੱਧ ਜਾਂਦੀ ਹੈ। ਕਈਆਂ ਦੇ ਲੇਡੀਜ਼ ਦੇ ਵਿੱਚ ਚੈਸਟ ਦੇ ਵਿੱਚ ਹੈ, ਛਾਤੀ ਦੇ ਵਿੱਚ ਹੈ, ਉਹਦਾ ਵੀ ਸਾਡੇ ਕੋਲ ਇਲਾਜ ਹੈ। ਔਰ ਮੈਂ ਸਮਝਦਾ ਦੂਸਰੀਆਂ ਪੈਥੀਆਂ ਨਾਲੋਂ ਇਹਦੇ ਵਿੱਚ ਸਾਡੇ ਕੋਲ ਬਹੁਤ ਅੱਛਾ ਇਲਾਜ ਹੈ, ਸਕਸੈਸਫੁਲ ਰੇਟ ਬਹੁਤ ਜ਼ਿਆਦਾ ਹੈ। ਔਰ ਮੈਂ ਬਾਰ-ਬਾਰ ਕਹਿਣਾ ਕਿ ਸਰਜਰੀ ਕਰਵਾਉਣ ਤੋਂ ਪਹਿਲਾਂ ਜ਼ਰੂਰ ਸੋਚੋ। ਤੁਸੀਂ ਕਹਿ ਰਹੇ ਹੋਗੇ ਸ਼ਾਇਦ ਇਹ ਬਾਰ-ਬਾਰ ਮੈਂ ਕਹਿ ਰਿਹਾ, ਇਹ ਮਰੀਜ਼ਾਂ ਦੇ ਮੈਂ ਭਲੇ ਲਈ ਕਹਿ ਰਿਹਾ। ਅੱਛੀ ਗੱਲ ਆ, ਬਿਲਕੁਲ। ਸਰਜਰੀ ਕਰਾ ਉਹ ਤਾਂ ਤੁਸੀਂ ਜਿਵੇਂ ਪਹਿਲਾਂ ਕਹਿ ਕੇ ਹਟੇ ਹੋ, ਰਸਤਾ ਹੈ ਹੀ ਆ। ਸਰਜਰੀ ਤਾਂ ਫਿਰ ਉਹ ਤਾਂ ਆਖਰੀ ਹਥਿਆਰ ਹੈ, ਜਦੋਂ ਮਰਜ਼ੀ ਤੁਸੀਂ ਕਰਵਾ ਹੀ ਲਓਗੇ। ਠੀਕ ਹੈ। ਇੱਕ ਡਾਕਟਰ ਸਾਹਿਬ, ਅਲਸਰ ਦੀ ਗੱਲ ਰਹਿ ਗਈ ਸੀ ਆਪਣੀ। ਅਲਸਰ ਬਾਰੇ ਜ਼ਰੂਰ ਦੱਸੋ ਕਿ ਇਹਦੇ ਕਾਰਨ ਕੀ ਹੁੰਦੇ ਨੇ ਤੇ ਇਲਾਜ ਕੀ ਹੈ, ਖਾਸ ਤੌਰ ਤੇ ਆਯੁਰਵੈਦਿਕ ਦੇ ਵਿੱਚ। ਬਹੁਤ ਸਾਰੇ ਮਰੀਜ਼ ਅੱਜ ਕੱਲ੍ਹ ਜਿਹੜਾ ਅਲਸਰ ਦੀ ਪ੍ਰੋਬਲਮ ਹੈ, ਪੈਪਟਿਕ ਅਲਸਰ ਹੈ, ਗੈਸਟ੍ਰਿਕ ਅਲਸਰ ਹੈ, ਉਹਦੇ ਵਿੱਚ ਕੀ ਹੈ, ਇਹਦੇ ਵਿੱਚ ਪੇਸ਼ੈਂਟ ਨੂੰ ਜਿਹੜਾ ਤੇਜ਼ਾਬ ਬਣਦਾ, ਜਿਹਨੂੰ ਅਕਸਰ ਕਹਿੰਦੇ ਆ ਤੇਜ਼ਾਬ ਬਣਦਾ, ਜਾਂ ਖਾਲੀ ਪੇਟ ਅਸੀਂ ਕੈਪਸੂਲ ਲੈਂਦੇ ਹਾਂ, ਉਹ ਕੋਈ ਇਲਾਜ ਨਹੀਂ ਹੈਗਾ। ਇਹਦੇ ਵਿੱਚ ਹੁੰਦਾ ਕੀ ਹੈ, ਸ਼ੁਰੂ ਵਿੱਚ ਜਿਹੜਾ ਇਹਦੇ ਮੇਨ ਜਿਹੜੇ ਕਾਰਨ ਹੈ ਉਹ ਹੈ ਸਟ੍ਰੈਸ, ਨੀਂਦ ਠੀਕ ਨਾ ਲੈਣਾ,
ਜਾਂ ਬਾਜ਼ਾਰ ਦਾ ਖਾਣਾ ਜ਼ਿਆਦਾ ਖਾਣਾ, ਜ਼ਿਆਦਾ ਸਪਾਈਸੀ ਖਾਣਾ ਖਾਣਾ, ਜ਼ਿਆਦਾ ਚਟਪਟਾ ਖਾਣਾ ਖਾਣਾ, ਜ਼ਿਆਦਾ ਪੇਨ ਕਿਲਰ ਲੈਣੀਆਂ, ਜ਼ਿਆਦਾ ਮੈਡੀਸਿਨਸ ਲੈਣੀਆਂ, ਇਹਦੇ ਇਸ ਤਰ੍ਹਾਂ ਬਹੁਤ ਸਾਰੇ ਕਾਰਨ ਨੇ ਔਰ ਇਹਦਾ ਇਲਾਜ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਹੁੰਦਾ ਕੀ ਇਹ 'ਚ ਸ਼ੁਰੂ 'ਚ ਪੇਸ਼ੈਂਟ ਪਹਿਲਾਂ ਪੇਟ ਗੈਸ ਮਹਿਸੂਸ ਕਰਦਾ ਹੈ, ਜਲਨ ਮਹਿਸੂਸ ਹੁੰਦੀ ਹੈ, ਵੋਮਟਿੰਗ ਆਉਂਦੀ ਹੈ, ਘਬਰਾਹਟ ਹੁੰਦੀ ਹੈ, ਖਾਣਾ ਹਜ਼ਮ ਨਹੀਂ ਹੁੰਦਾ ਕਈ ਵਾਰੀ, ਔਰ ਪੇਸ਼ੈਂਟ ਕਈ ਵਾਰੀ ਇੱਥੋਂ ਤੱਕ ਕਿ ਖਾਣਾ ਖਾਣ ਤੋਂ ਵੀ ਡਰਨ ਲੱਗ ਪੈਂਦਾ ਹੈ। ਫਿਰ ਕੀ ਹੁੰਦਾ ਜਦੋਂ ਬਿਮਾਰੀ ਵੱਧ ਜਾਂਦੀ ਹੈ, ਜਦੋਂ ਥੋੜਾ ਜਿਹੀ ਵੀ ਕੋਈ ਚੀਜ਼ ਖਾਧੀ ਜਾਂ ਥੋੜੀ ਜਿਹੀ ਪੀਤੀ ਉਦੋਂ ਹੀ ਵੋਮਟਿੰਗ ਆ ਗਈ, ਔਰ ਜਦੋਂ ਬਿਮਾਰੀ ਹੋਰ ਵੱਧ ਜਾਂਦੀ ਹੈ, ਜ਼ਖਮ ਅੰਦਰ ਜ਼ਿਆਦਾ ਬਣ ਜਾਂਦੇ ਨੇ, ਉਦੋਂ ਬਲੱਡ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਮੈਂ ਇੱਥੇ ਪੇਸ਼ੈਂਟਸ ਨੂੰ ਕਹੂੰਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ, ਇਹਦਾ ਇਲਾਜ ਹੈ। ਔਰ ਜਿਹੜਾ ਪੇਸ਼ੈਂਟ ਨਿਰੋਗ ਆਇਆ ਸੈਂਟਰ ਵਿੱਚ ਸਾਡੇ ਕੋਲ ਇਲਾਜ ਕਰਾ ਕੇ ਗਿਆ ਹੈ, ਉਹਨੂੰ ਬਾਅਦ 'ਚ ਬਾਰ-ਬਾਰ ਮੈਡੀਸਨ ਲੈਣ ਦੀ ਲੋੜ ਨਹੀਂ ਪੈਂਦੀ। ਬਿਲਕੁਲ ਠੀਕ ਹੋਣ ਤੋਂ ਬਾਅਦ ਜਦੋਂ ਕੰਪਲੀਟ ਕੋਰਸ ਕਰ ਲੈਂਦਾ, ਕਿਸੇ ਵੀ ਮੈਡੀਸਨ ਦੀ ਲੋੜ ਨਹੀਂ ਔਰ ਬਿਲਕੁਲ ਠੀਕ ਰਹਿੰਦਾ। ਡਾਕਟਰ ਸਾਹਿਬ ਇੱਕ ਦੋ ਚੀਜ਼ਾਂ ਹੋਰ ਨੇ ਜਰਨਲ ਆਪਾਂ ਲੋਕਾਂ ਦੇ ਫਾਇਦੇ ਲਈ ਨੇ। ਆਮ ਤੌਰ ਤੇ ਬਹੁਤ ਚੀਜ਼ਾਂ ਕਹੀਆਂ ਜਾਂਦੀਆਂ, ਕੋਈ ਕਹਿੰਦਾ ਜੀ ਤੁਲਸੀ ਦੇ ਪੱਤੇ ਤੁਸੀਂ ਦਿਨ ਦੇ ਵਿੱਚ 5 ਚੱਬ ਲਓ, ਕੋਈ ਕਹਿੰਦਾ ਤੁਸੀਂ ਨਿੰਮ ਦੇ ਖਾ ਲਓ, ਹੈ ਨਾ, ਕੋਈ ਕਹਿੰਦਾ ਕਿ ਤੁਸੀਂ ਦਾਲਚੀਨੀ ਲੈ ਲਓ, ਜਿਹੜੇ ਆਮ ਨੇ ਐਲੋਵੀਰਾ ਦਾ ਤੁਸੀਂ ਜਿਹੜੇ ਪ੍ਰੋਡਕਟ ਆਉਂਦੇ ਨੇ ਉਹ ਲੈ ਲਓ। ਇਹਨਾਂ ਬਾਰੇ ਦੱਸੋ, ਇਹ ਆਪਣੇ ਤੌਰ ਤੇ ਲੋਕਾਂ ਨੂੰ ਲੈ ਲੈਣੇ ਚਾਹੀਦੇ ਨੇ, ਵਰਤ ਲੈਣੇ ਚਾਹੀਦੇ ਨੇ, ਕਿ ਕੋਈ ਕਿਸੇ ਦੀ ਮਾਹਰ ਦੀ ਸਲਾਹ ਲੈ ਲੈਣੀ ਚਾਹੀਦੀ ਇਹਦੇ ਵਿੱਚ? ਤੁਸੀਂ ਇੱਕ ਪਹਿਲਾ ਕੁਐਸਚਨ ਪੁੱਛਿਆ ਸੀ ਵੀ ਨੈਟ ਤੋਂ ਪੜ੍ਹ ਕੇ ਜਾਂ ਇਸ ਤਰ੍ਹਾਂ ਦਾ, ਇਹ ਉਹਦੇ ਨਾਲ ਹੀ ਜੁੜਿਆ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਤੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੈਂ ਬਾਰ-ਬਾਰ ਕਹਿੰਦਾ, ਕੁਆਲੀਫਾਈਡ ਐਕਸਪਰਟ ਜਿਹਨੂੰ ਆਯੁਰਵੈਦਿਕ ਹਰਬਸ ਦਾ ਗਿਆਨ ਹੈ, ਮੈਡੀਸਨ ਦਾ ਗਿਆਨ ਹੈ, ਉਦੋਂ ਬਿਨਾਂ ਪੁੱਛੇ ਨਹੀਂ ਲੈਣੀ ਚਾਹੀਦੀ। ਐਗਜ਼ਾਮਪਲ ਤੌਰ ਤੇ ਤੁਸੀਂ ਤੁਲਸੀ ਦੀ ਗੱਲ ਕੀਤੀ ਹੈ। ਆਮ ਲੋਕਾਂ ਦੀ ਧਾਰਨਾ ਹੈ ਕਿ ਤੁਲਸੀ ਜਿਹੜੀ ਹੈ ਦੰਦਾਂ ਥੱਲੇ ਨਹੀਂ ਚਬਾਣੀ ਚਾਹੀਦੀ, ਪਾਪ ਪੁੰਨ ਨਾਲ ਤਲਕ ਹੈ। ਬਿਲਕੁਲ ਵੀ ਕੋਈ ਤਲਕ ਨਹੀਂ। ਅੱਛਾ, ਇਹਦੇ ਵਿੱਚ ਹੈ ਮਰਕਰੀ, ਜਿਹੜੀ ਦੰਦਾਂ ਨੂੰ ਨੁਕਸਾਨ ਕਰਦੀ ਹੈ। ਔਰ ਇਹ ਗੱਲ ਮੈਂ ਹੋਰ ਦੱਸਣਾ ਚਾਹੂੰਗਾ ਦਰਸ਼ਕਾਂ ਨੂੰ ਕਿ ਸ਼ਾਇਦ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਹੋਊਗੀ, ਇਹ ਖੂਨ ਨੂੰ ਪਤਲਾ ਕਰਦੀ ਹੈ। ਜਿਹੜੇ ਪੇਸ਼ੈਂਟਸ ਨੇ, ਵੈਸੇ ਤਾਂ ਮੈਂ ਸਰਜਰੀ ਕਹਿੰਦਾ ਨਹੀਂ ਕਰਵਾਉਣੀ ਚਾਹੀਦੀ, ਕਿਸੇ ਕੇਸ ਕਰਵਾਉਣੀ ਹੀ ਪੈਂਦੀ ਹੈ, ਤਾਂ ਉਹ ਇਹ ਸਰਜਰੀ ਤੋਂ ਪਹਿਲਾਂ ਤੁਲਸੀ ਨੂੰ ਬੰਦ ਕਰ ਦੇਣਾ ਚਾਹੀਦਾ। ਇਹ ਖੂਨ ਨੂੰ ਬਹੁਤ ਜ਼ਿਆਦਾ ਪਤਲਾ ਕਰਦੀ ਹੈ। ਹੁਣ ਤੁਸੀਂ ਗੱਲ ਦੇਖੋ, ਤੁਸੀਂ ਤੁਲਸੀ ਦੀ ਗੱਲ ਕੀਤੀ ਹੈ, ਮੈਂ ਹੋਰ ਵੀ ਤੁਹਾਨੂੰ ਐਗਜ਼ਾਮਪਲ ਦਿੰਦਾ, ਬਿਨਾਂ ਪੁੱਛੇ ਨਾ ਵਰਤੋ। ਉਹਦਾ ਕਾਰਨ ਹੈ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਹੁਣ ਤੁਸੀਂ ਦੇਖੋ, ਸ਼ਹਿਦ ਨੂੰ ਕੀ ਸਮਝਦੇ ਹੋ? ਸ਼ਹਿਦ ਕੀ ਹੈ? ਅੰਮ੍ਰਿਤ ਹੈ। ਅੰਮ੍ਰਿਤ ਕਹਿੰਦੇ ਆ, ਅੰਮ੍ਰਿਤ ਕਹਿੰਦੇ ਆ। ਦੇਸੀ ਘਿਓ ਨੂੰ ਕੀ ਕਹਿੰਦੇ ਹੋ ਤੁਸੀਂ? ਬਹੁਤ ਵਧੀਆ, ਤਾਕਤ ਵਾਸਤੇ ਹੈ। ਹੁਣ ਜੇ ਇਹਨੂੰ ਤੁਸੀਂ ਇਕੁਅਲ ਮਾਤਰਾ 'ਚ ਮਿਲਾ ਦੋ, ਬਰਾਬਰ ਮਿਲਾ ਦੋ, ਇਹ ਪੋਇਜ਼ਨ ਬਣ ਜਾਂਦਾ, ਜ਼ਹਿਰ ਬਣ ਜਾਂਦਾ। ਕਿੱਡੀ ਖਤਰਨਾਕ ਚੀਜ਼ ਬਣ ਜਾਂਦੀ ਹੈ, ਜਿਹੜੀ ਕਿ ਪਹਿਲਾਂ ਆਪਾਂ ਉਹਨੂੰ ਅੰਮ੍ਰਿਤ ਕਹਿੰਦੇ ਆ। ਔਰ ਇਸ ਪੋਇਜ਼ਨ ਨੂੰ ਖਤਮ ਕਰਨ ਲਈ ਗਾਂ ਹੱਲ ਹੈ, ਪਰ ਕੌਣ ਕਰ ਸਕਦਾ ਹੈ? ਜਿਹੜਾ ਐਕਸਪਰਟ ਹੈ, ਜਿਹੜਾ ਇਹਨੂੰ ਜਾਣਦਾ। ਇਹਦੇ ਵਿੱਚ ਅਸੀਂ 5-7 ਭਸਮਾਂ ਮਿਲਾ ਦਾਂਗੇ, ਉਹਦਾ ਪੋਇਜ਼ਨ ਖਤਮ ਹੋ ਜਾਊਗਾ। ਔਰ ਇਸੇ ਤਰ੍ਹਾਂ ਤੁਸੀਂ ਐਲੋਵੀਰਾ ਦੀ ਗੱਲ ਕੀਤੀ ਹੈ। ਐਲੋਵੀਰਾ ਆਉਂਦੇ ਆ ਜੀ ਪੜ੍ਹ ਕੇ, ਅਸੀਂ ਐਲੋਵੀਰਾ ਯੂਜ਼ ਕੀਤਾ ਸੀ, ਕੀ ਹੋ ਗਿਆ? ਪਾਇਲਸ ਹੋ ਗਈ ਜੀ। ਕਿਉਂਕਿ ਐਲੋਵੀਰਾ ਜਿਹੜਾ ਹੈ ਕੁਆਰ ਹੈ, ਨਿਰੀ ਅੱਗ ਹੈ, ਗਰਮ ਹੈ, ਉਹਨੇ ਕਰਨਾ ਹੀ, ਉਹਨੂੰ ਕਿਸ ਚੀਜ਼ ਨਾਲ ਵਰਤਣਾ ਹੈ ਉਹਦੇ ਨਾਲ ਸਮਝ ਦੀ ਲੋੜ ਹੈ। ਹੁਣ ਨਿੰਮ ਹੈ, ਨਿੰਮ ਲੋਕ ਅਕਸਰ ਬਹੁਤ ਪ੍ਰਚਲਿਤ ਤਾਂ ਲੋਕੀ ਆਮ ਕਹਿੰਦੇ ਲੈ ਲਓ, ਖਾਸ ਤੌਰ ਤੇ ਸ਼ੂਗਰ ਵਾਲੇ ਉਹਨੂੰ ਕਹਿੰਦੇ ਕਿ ਤੁਸੀਂ ਨਿੰਮ ਜਿਹੜੀ ਲੈਣੀ ਚਾਹੀਦੀ ਹੈ। ਹਾਂ, ਦੇਖੋ ਨਿੰਮ ਤੁਸੀਂ ਵੀ ਕਿਹਾ ਕਿ ਸ਼ੂਗਰ ਵਾਸਤੇ ਲੈਣੀ ਚਾਹੀਦੀ ਹੈ, ਬਿਲਕੁਲ ਅੱਛੀ ਹੈ, ਮੈਂ ਉਸ ਗੱਲ ਨਾਲ ਡਿਨਾਈ ਨਹੀਂ ਕਰਦਾ, ਪਰ ਲੇਕਿਨ ਨਿੰਮ ਨੂੰ ਕਿੰਨੀ ਮਾਤਰਾ 'ਚ ਲੈਣਾ ਇਹ ਕਿਸੇ ਨੂੰ ਨਹੀਂ ਪਤਾ। ਬਹੁਤ ਸਾਰੇ ਲੋਕ ਕਹਿੰਦੇ ਆ ਜੀ ਮੈਂ ਸੈਰ ਤੇ ਜਾਂਦਾ ਸੀ, ਮੈਨੂੰ ਦੱਸਿਆ 10 ਪੱਤੇ ਮੈਂ ਸਵੇਰੇ ਖਾ ਲੈਣਾ, ਸ਼ਾਮ ਨੂੰ ਵੀ 10 ਖਾ ਲੈਣਾ, ਤੇ ਹੋਇਆ ਕੀ? ਮੇਰੀ ਤਾਂ ਨਿਗਾਹ ਬਹੁਤ ਘਟ ਗਈ ਜੀ। ਨਿਗਾਹ ਘਟਣੀ ਹੈ, ਉਹਦਾ ਕਾਰਨ ਹੈ ਕਿ ਨਿੰਮ ਜਿਹੜੀ ਹੈ ਡਰਾਈ ਹੈ, ਖੁਸ਼ਕ ਹੈ। ਔਰ ਪੁਰਾਣੇ ਜ਼ਮਾਨੇ 'ਚ ਦੇਖੋ ਜਿਹੜੇ ਨਿੰਮ ਵਰਤਦੇ ਸੀ, ਜੇ ਕੋਈ ਜਾਣਦਾ ਨਿੰਮ ਬਾਰੇ, ਜਿਹੜੇ ਘਰਾਂ 'ਚ ਕੋਈ ਬਜ਼ੁਰਗ ਹੈ, ਉਹ ਦੇਸੀ ਘਿਓ 'ਚ ਕਲਕਾ ਕੇ ਲੈਂਦੇ ਸੀ। ਹੁਣ ਹੈ ਤਾਂ ਨਿੰਮ ਬਹੁਤ ਵਧੀਆ, ਪਰ ਜਦੋਂ ਉਹਦੀ ਤੁਹਾਨੂੰ ਜਿਹੜੀ ਕੁਆਂਟੀਟੀ ਨਹੀਂ ਪਤਾ, ਉਹਦੀ ਮਾਤਰਾ ਨਹੀਂ ਪਤਾ, ਤੁਸੀਂ ਲੈ ਲੈਣੇ, ਨੁਕਸਾਨ ਹੀ ਕਰੂਗੀ। ਹੁਣ ਮੇਰੇ ਕੋਲ ਇੱਕ ਪਿੱਛੇ ਜੇ ਪੇਸ਼ੈਂਟ ਆਈ, ਮਾਤਾ ਬਹੁਤ ਵਧੀਆ ਸੀ, ਠੀਕ ਸੀ, ਉਦੋਂ ਉਹਦੇ ਕੋਲ ਚੱਲਿਆ ਨਾ ਜਾਵੇ, ਤੁਰਿਆ ਨਾ ਜਾਵੇ। ਮੈਂ ਕੀ ਗੱਲ ਹੋ ਗਈ ਮਾਤਾ? ਕਹਿੰਦੀ ਮੈਂ ਸੁਣਿਆ ਸੀ ਔਰ ਕਿਸੇ ਨੇ ਮੈਨੂੰ ਕਿਹਾ ਵੀ ਤੂੰ ਆਮਲਾ ਰਸ ਤੇ ਲੌਕੀ ਦਾ ਜੂਸ ਪੀਆ ਕਰ, ਤੇ ਉਹ ਸਵੇਰ ਸ਼ਾਮ ਦਿਨ 'ਚ 2-3 ਵਾਰੀ ਲੈਣ ਲੱਗੀ, ਉਹ ਜੁੜ ਗਈ, ਉਹਦਾ ਯੂਰਿਕ ਐਸਿਡ ਵੱਧ ਗਿਆ। ਇਸ ਕਰਕੇ ਪੇਸ਼ੈਂਟ ਦੀ ਹਿਸਟਰੀ ਲੈਣਾ, ਉਹਦੀ ਨਬਜ਼ ਦੇਖਣਾ, ਉਹਦੀ ਕੀ ਸਰੀਰ ਦੀ ਪ੍ਰਕਿਰਤੀ ਹੈ, ਉਹਨੂੰ ਗਰਮ ਚੀਜ਼ ਦੇਣੀ ਹੈ, ਠੰਡੀ ਚੀਜ਼ ਦੇਣੀ ਹੈ, ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ। ਪਲੀਜ਼ ਇਸ ਤਰ੍ਹਾਂ ਨਾ ਕਰੋ। ਡਾਕਟਰ ਸਾਹਿਬ, ਇੱਕ ਚੀਜ਼ ਇਹ ਹੈ ਕਿ ਦਰਸ਼ਕ ਦੇਖਣਗੇ ਸਾਡੇ ਮਾਧਿਅਮ ਦੇ ਨਾਲ, ਇਹ ਵੀਡੀਓ ਕਾਫੀ ਦੂਰ ਤੱਕ ਜਾਣੀ ਆ, ਵਿਦੇਸ਼ਾਂ ਦੇ ਵਿੱਚ ਵੀ ਦੇਖਣੀ ਆ। ਜਦੋਂ ਉੱਥੋਂ ਤੁਹਾਡੇ ਨਾਲ ਕੋਈ ਤੁਹਾਡਾ ਨੰਬਰ ਹੋਵੇ, ਕੰਟੈਕਟ ਤੁਸੀਂ ਦੇਣਾ ਚਾਹੁੰਦੇ ਹੋਵੇ, ਜਾਂ ਬਾਹਰ ਵੀ ਤੁਹਾਡੀ ਜਾਂਦੀ ਹੈ ਦਵਾਈ? ਬਿਲਕੁਲ ਜਾਂਦੀ ਹੈ। ਸਾਡੀ ਪਹਿਲੀ ਗੱਲ ਤਾਂ ਸਾਡੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਔਰ ਬਾਹਰ ਸਾਡੀਆਂ ਡਿਫਰੈਂਟ ਕੰਟਰੀਜ਼ ਦੇ ਵਿੱਚ ਮੈਡੀਸਨ ਜਾਂਦੀਆਂ। ਸਾਡੇ ਨਾਲ ਲੋਕ ਜੁੜੇ ਹੋਏ ਨੇ, ਲੋਕਾਂ ਨੂੰ ਫਾਇਦਾ ਹੁੰਦਾ, ਉਹ ਗਾਂ ਦੀ ਗਾਂ ਉਹਨਾਂ ਨੂੰ ਦੱਸਦੇ ਆ, ਸਾਡੇ ਕੋਲ ਪੇਸ਼ੈਂਟਸ ਮੈਡੀਸਨ ਮੰਗਾਉਂਦੇ ਆ ਔਰ ਸਾਨੂੰ ਭੇਜਣ 'ਚ ਕੋਈ ਦਿੱਕਤ ਨਹੀਂ। ਉਹਦਾ ਕਾਰਨ ਹੈ ਕਿ ਸਾਡੀ ਮੈਡੀਸਨ 'ਚ ਕੋਈ ਸਟੀਰੋਇਡ ਨਹੀਂ, ਸਾਡੀ ਮੈਡੀਸਨ 'ਚ ਕੋਈ ਡਰੱਗਸ ਨਹੀਂ, ਕੋਈ ਨਸ਼ਾ ਨਹੀਂ ਹੈ। ਇਸ ਕਰਕੇ ਸਾਨੂੰ ਮੈਡੀਸਨ ਭੇਜਣ 'ਚ ਬਾਹਰ 'ਚ ਕੋਈ ਦਿੱਕਤ ਨਹੀਂ ਹੈ। ਸਾਡੀਆਂ ਮੈਡੀਸਨ ਆਲਰੇਡੀ ਬਾਹਰ ਜਾਂਦੀਆਂ। ਔਰ ਡਾਕਟਰ ਸਾਹਿਬ, ਜਾਣ ਤੋਂ ਪਹਿਲਾਂ ਦਰਸ਼ਕਾਂ ਦੇ ਲਈ ਕੋਈ ਸੁਨੇਹਾ
ਖਾਸ ਤੌਰ ਤੇ ਕੋਈ ਇਸ ਤਰ੍ਹਾਂ ਦੀਆਂ ਕੋਈ ਬੜੇ ਬਰੀਫ ਦੇ ਵਿੱਚ ਕੋਈ ਐਸੀਆਂ ਚੀਜ਼ਾਂ ਕਿ ਲੋਕ ਨਿਰੋਗੀ ਜੀਵਨ ਬਿਤਾ ਸਕਣ? ਮੈਂ ਇੱਥੇ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹੂੰਗਾ ਕਿ ਆਯੁਰਵੇਦ ਅਪਣਾਓ, ਤੰਦਰੁਸਤੀ ਪਾਓ ਤੇ ਖੁਸ਼ੀ ਪਾਓ। ਉਹਦਾ ਕਾਰਨ ਹੈ ਕਿ ਅਗਰ ਤੁਸੀਂ ਆਯੁਰਵੈਦਿਕ ਦੀਆਂ 3 ਚੀਜ਼ਾਂ ਅਪਣਾ ਲੈਂਦੇ ਹੋ, ਆਹਾਰ ਤੇ ਨਿਦਰਾ ਤੇ ਸੰਯਮ, ਮੈਂ ਗੱਲ ਦਾਅਵੇ ਨਾਲ ਕਹਿ ਸਕਦਾ, ਪੂਰੇ ਵਿਸ਼ਵਾਸ ਨਾਲ ਕਹਿ ਸਕਦਾ, ਜੋ ਸਾਨੂੰ ਰਿਸ਼ੀ ਮੁਨੀਆਂ ਨੇ ਮਾਰਗ ਦਿਖਾਇਆ ਕਿ ਕੋਈ ਵੀ ਆਦਮੀ ਜਿਹੜਾ ਉਹ ਰੋਗੀ ਨਹੀਂ ਹੋ ਸਕਦਾ। ਅਸੀਂ ਰੋਗ ਨੂੰ ਖੁਦ ਪੈਦਾ ਕਰਦੇ ਹਾਂ ਜਦੋਂ ਸਾਡਾ ਸਿਸਟਮ ਜਿਹੜਾ ਹੈ, ਅਸੀਂ ਉਸ ਸਿਸਟਮ ਤੋਂ ਬਾਹਰ ਹੋ ਜਾਂਦੇ ਹਾਂ। ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈ ਲੇਟ ਉੱਠਣਾ, ਬਾਜ਼ਾਰ ਦਾ ਖਾਣਾ ਖਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਪ੍ਰੋਬਲਮ ਕ੍ਰੀਏਟ ਕਰਦੀਆਂ। ਸਟ੍ਰੈਸ ਹੈ, ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਪੇਸ਼ੈਂਟਸ ਨੂੰ ਇਹ ਕਹੂੰਗਾ ਕਿ ਸੂਰਜ ਨਿਕਲਣ ਤੋਂ ਪਹਿਲਾਂ ਉੱਠੋ ਤੇ ਟਾਈਮ ਸਿਰ ਸੌਵੋ। ਉਹਦੇ ਨਾਲ ਹੀ ਤੁਹਾਡਾ ਅੱਧਾ ਸਰੀਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਦੂਸਰੀ ਗੱਲ ਹੈ, ਚੀਨੀ ਤੇ ਨਮਕ, ਇਹ ਦੋਨੋਂ ਪੋਇਜ਼ਨ ਨੇ। ਠੀਕ ਹੈ। ਇਹ ਦੋਨੋਂ ਇਹ ਸਫੇਦ ਪੋਇਜ਼ਨ ਨੇ ਐਸੇ, ਇਹਦੀ ਵਰਤੋਂ ਮੈਂ ਤਾਂ ਕਹੂੰਗਾ ਘੱਟ ਤੋਂ ਘੱਟ ਕਰੋ। ਚੀਨੀ ਦੀ ਤਾਂ ਬਿਲਕੁਲ ਨਾ ਕਰੋ। ਗਰਮੀਆਂ 'ਚ ਤੁਸੀਂ ਹਮੇਸ਼ਾ ਸ਼ੱਕਰ ਦਾ ਪ੍ਰਯੋਗ ਕਰੋ ਔਰ ਸਰਦੀਆਂ ਦੇ ਵਿੱਚ ਗੁੜ ਦਾ ਪ੍ਰਯੋਗ ਕਰੋ। ਉਹ ਵੀ ਜਿਹੜਾ ਗੁੜ ਹੈ ਉਹ ਤੁਸੀਂ ਕਲਰਫੁਲ ਗੁੜ ਨਾ ਲਓ, ਜਿਹੜਾ ਸਿੰਪਲ ਗੁੜ ਹੈ ਉਹ ਲਓ, ਉਹ ਜ਼ਿਆਦਾ ਫਾਇਦੇਮੰਦ ਹੈ। ਤਾਂ ਬਿਲਕੁਲ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਨਿਰੋਗ ਕਾਇਆ ਹੈਲਥ ਐਂਡ ਹੈਪੀਨੈਸ ਸੈਂਟਰ ਤੋਂ ਸਾਡੇ ਨਾਲ ਜੁੜੇ ਸੀ ਡਾਕਟਰ ਕੋਛੜ। ਤਮਾਮ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਅੱਜ ਡਾਕਟਰ ਸਾਹਿਬ ਜਾਣ ਤੋਂ ਪਹਿਲਾਂ ਕੋਈ ਸੁਨੇਹਾ ਜੇ ਦੇਣਾ ਚਾਹੋ? ਮੈਂ ਇਹੀ ਕਹੂੰਗਾ ਕਿ ਆਯੁਰਵੈਦਿਕ ਅਪਣਾਓ ਔਰ ਤੰਦਰੁਸਤ ਤੇ ਖੁਸ਼ੀ ਪਾਓ। ਵੋਕਲ ਫॉर ਲੋਕਲ। ਠੀਕ ਹੈ। ਆਯੁਰਵੈਦਿਕ ਹਰਬਸ ਐਸੀਆਂ ਹੈ, ਇਹਦੇ ਵਿੱਚ ਉਹ ਬਿਮਾਰੀਆਂ ਜਿਹੜੇ ਮਰੀਜ਼ ਇਹ ਕਹਿੰਦੇ ਆ ਕਿ ਅਸੀਂ ਠੀਕ ਨਹੀਂ ਹੋ ਸਕਦੇ, ਜਾਂ ਉਹਨਾਂ ਦੇ ਮਨ 'ਚ ਇਹ ਗੱਲ ਬੈਠ ਚੁੱਕੀ ਹੈ, ਜਾਂ ਦੂਸਰੇ ਡਾਕਟਰਸ ਨੇ ਉਹਨਾਂ ਨੂੰ ਕਹਿਤਾ, ਐਸੀਆਂ ਗੰਭੀਰ ਲਾ ਇਲਾਜ ਬਿਮਾਰੀਆਂ, ਕ੍ਰੋਨਿਕ ਡਿਜ਼ੀਜ਼ ਹੈ, ਜਿਹੜੇ ਪੇਸ਼ੈਂਟ ਹੰਭ ਚੁੱਕੇ ਆ, ਜਿਹੜੇ ਥੱਕ ਚੁੱਕੇ ਆ, ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦਾ, ਭਰੋਸੇ ਨਾਲ ਕਹਿ ਸਕਦਾ। ਕਿਸ ਭਰੋਸੇ ਨਾਲ? ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਸਾਡੇ ਰਿਸ਼ੀ ਮੁਨੀਆਂ ਦੇ ਲਿਖੇ ਗ੍ਰੰਥ ਹੈ, ਉਹਨਾਂ ਦੇ ਬਿਹਾਫ ਤੇ ਕਹਿ ਸਕਦਾ ਉਹ ਬਿਮਾਰੀਆਂ ਦਾ ਇਲਾਜ ਹੈ, ਪੂਰਨ ਇਲਾਜ ਹੈ, ਪੱਕੇ ਤੌਰ ਤੇ ਠੀਕ ਹੋ ਸਕਦੇ ਨੇ। ਨਿਰੋਗ ਕਾਇਆ ਸੈਂਟਰ ਵਿੱਚ ਆਯੁਰਵੈਦਿਕ ਹਰਬਸ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਔਰ ਬਿਲਕੁਲ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਔਰ ਬਾਰ-ਬਾਰ ਨਹੀਂ ਹੁੰਦੀ ਔਰ ਤੰਦਰੁਸਤ ਹੋ ਜਾਂਦਾ ਪੇਸ਼ੈਂਟ ਔਰ ਆਮ ਤਰ੍ਹਾਂ ਦੀ ਜ਼ਿੰਦਗੀ ਜੀ ਲੈਂਦਾ। ਹੁਣ ਮੈਂ ਦੇਖੋ ਗਗਨ ਜੀ, ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਆਯੁਰਵੈਦ ਦਾ ਕਿੰਨਾ ਵੱਡਾ ਰੋਲ ਹੈ। ਹੁਣ ਦੇਖੋ ਪਿੱਛੇ ਕੋਵਿਡ ਆਪਾਂ ਸਾਰੇ ਸਾਲ ਸਵਾ ਸਾਲ ਤੋਂ ਦੇਖ ਰਹੇ ਹਾਂ, ਕਿੰਨੀ ਕੋਵਿਡ ਦੀ ਲੋਕਾਂ 'ਚ ਦਹਿਸ਼ਤ, ਕਿੰਨੀ ਮਹਾਮਾਰੀ ਹੋਈ ਹੈ। ਉਹਦੇ ਵਿੱਚ ਵੀ ਹੁਣ ਲੋਕਾਂ ਨੇ ਫਿਰ ਆਯੁਰਵੈਦਿਕ ਕੰਨੀ ਰੁਝਾਨ ਕੀਤਾ। ਜੇ ਕਿਟਸ ਆਈਆਂ ਜਿਨ੍ਹਾਂ ਨੂੰ ਕੋਵਿਡ ਪੋਜ਼ਿਟਿਵ ਸੀ, ਜੇ ਗਵਰਨਮੈਂਟ ਨੇ ਕਿਟਸ ਦਿੱਤੀਆਂ, ਉਹਦੇ ਵਿੱਚ ਵੀ ਕਾੜਾ ਆਯੁਰਵੈਦਿਕ ਮੈਡੀਸਨ ਸੀ। ਜੇ ਮੈਂ ਕਹਿੰਦਾ 50% ਜਿਹੜੀਆਂ ਉਹਦੇ ਵਿੱਚ ਆਯੁਰਵੈਦਿਕ ਮੈਡੀਸਨ ਸੀ, ਕਿਉਂਕਿ ਸਾਡੀ ਸਭ ਤੋਂ ਪੁਰਾਣੀ ਪੈਥੀ ਹੈ। ਹੁਣ ਵੀ ਅਸੀਂ ਇਹਦਾ ਸਹਾਰਾ ਲਿਆ। ਹੁਣ ਵੀ ਲੋਕਾਂ ਨੇ ਦਾਲਚੀਨੀ, ਤੁਲਸੀ, ਗਿਲੋ ਲਈ ਹੈ। ਅਸੀਂ ਆਯੁਰਵੈਦਿਕ ਨਾਲ ਜੇ ਜੁੜਾਂਗੇ ਤੇ ਇਹਨਾਂ ਬਿਮਾਰੀਆਂ ਤੋਂ ਅਸੀਂ ਦੂਰ ਰਹਿ ਸਕਦੇ ਹਾਂ। ਔਰ ਮੈਂ ਇੱਥੇ ਸੈਂਟਰ ਗਵਰਨਮੈਂਟ ਔਰ ਰਾਜ ਸਰਕਾਰਾਂ ਦਾ ਵੀ, ਮੈਂ ਉਹਨਾਂ ਦਾ ਵੀ ਥੈਂਕਸ ਕਰਨਾ ਚਾਹਾਂਗਾ ਕਿ ਹੁਣ ਦੁਬਾਰਾ ਫਿਰ ਸੈਂਟਰ ਸਰਕਾਰ ਔਰ ਰਾਜ ਸਰਕਾਰਾਂ ਨੇ ਆਯੁਰਵੈਦਿਕ ਦੇ ਉਥਾਨ ਲਈ ਕੰਮ ਕਰਨਾ ਸ਼ੁਰੂ ਕੀਤਾ। ਮੈਂ ਉਹਨਾਂ ਦਾ ਇਸ ਗੱਲ ਲਈ ਧੰਨਵਾਦ ਕਰਦਾ। ਡਾਕਟਰ ਸਾਹਿਬ, ਇੱਕ ਕੰਟੈਕਟ ਦੀ ਬਾਤ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ। ਲੋਕ ਕਹਿੰਦੇ ਆ ਕਿ ਸਾਨੂੰ ਕੋਈ ਕੰਟੈਕਟ ਦੇ ਦਿਓ, ਤੁਸੀਂ ਕੋਈ ਸ਼ੇਅਰ ਕਰਨਾ ਚਾਹੋ ਤਾਂ ਕੰਟੈਕਟ? ਮੈਂ ਨੰਬਰ ਦੇਣ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹਾਂਗਾ ਕਿ ਪੇਸ਼ੈਂਟ ਜਿਹੜੇ ਹੈ ਉਹ ਵੌਇਸ ਮੈਸੇਜ ਭੇਜਣ ਔਰ ਆਪਣਾ ਸ਼ਹਿਰ ਦਾ ਨਾਂ, ਪਿੰਡ ਦਾ ਨਾਂ ਔਰ ਆਪਣਾ ਨਾਮ ਲਿਖ ਕੇ ਭੇਜਣ, ਤਾਂ ਕਿ ਉਹਨਾਂ ਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਉਹ ਮੈਂ ਇਹ ਗੱਲ ਕਹਾਂਗਾ, ਜੇ ਐਮਰਜੈਂਸੀ ਹੈ, ਕੋਈ ਬਹੁਤ ਵੱਡੀ ਗੱਲ ਹੈ ਤੇ ਜ਼ਰੂਰ ਫੋਨ ਕਰਨ, ਨਹੀਂ ਤਾਂ ਸਾਨੂੰ WhatsApp ਤੇ ਮੈਸੇਜ ਕਰੋ, ਵੌਇਸ ਮੈਸੇਜ ਭੇਜ ਸਕਦੇ ਆ। ਨੰਬਰ ਨੋਟ ਕਰ ਸਕਦੇ ਆ 9056408000। ਠੀਕ ਹੈ। ਤਾਂ ਬਿਲਕੁਲ ਡਾਕਟਰ ਕੋਛੜ ਸੀ ਜੀ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਤਮਾਮ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪੂਰੀ ਇੰਟਰਵਿਊ ਦੇ ਵਿੱਚੋਂ ਕਈ ਚੀਜ਼ਾਂ ਦੇ ਨਾਲ ਸੇਧ ਮਿਲੇਗੀ ਔਰ ਤੁਸੀਂ ਵੀ ਇੱਕ ਨਿਰੋਗੀ ਜੀਵਨ ਜਿਹੜਾ ਬਿਤਾ ਸਕੋਗੇ। ਡੇਲੀ ਪੋਸਟ ਪੰਜਾਬੀ ਦੇ ਲਈ ਗਗਨ ਬੇਦੀ ਦੇ ਨਾਲ ਧੰਨਵਾਦ।